ਕਾ ਖਾਲਸਾ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 378 ਤੇ ਉੱਪਰ ਪਹਿਲੀ ਲਾਈਨ 378 ਆਸਾ ਮਹਿਲਾ ਪੰਜਵਾਂ ਦੁਪ ਦੇ। ਰਾਗ ਦਾ ਨਾਮ ਹੈ ਆਸਾ। ਮਹਿਲਾ ਪੰਜਵਾਂ ਜਾਂ ਮਹੱਲਾ ਪੰਜਵਾਂ ਦਾ ਮਤਲਬ ਪੰਚਮ ਪਾਤਸ਼ਾਹ ਦੀ ਬਾਣੀ ਹੈ। ਦੁਪ ਦੇ ਦੋ ਪਦੇ ਨੇ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹਰ ਰੋਜ਼ ਆਪ ਜੀ ਰਹਿ ਰਸ ਪੜ੍ਹਦੇ ਹੋ। ਦੇਹੁਰੀਆ ਮੈਨੇ ਦੇਹੀ, ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਧਰਮ ਅਨੁਸਾਰ ਤੇ ਸਾਇੰਸ ਅਨੁਸਾਰ ਮਨੁੱਖ ਇੱਕਦਮ ਨਹੀਂ ਬਣ ਗਿਆ। ਪਹਿਲਾਂ ਸਾਰੀਆਂ ਜੂਨੀਆਂ ਬਣੀਆਂ, ਉਸ ਤੋਂ ਬਾਅਦ ਮਨੁੱਖ ਬਣਿਆ। ਇਸ ਲਈ ਬੜੀ ਦੇਰ ਬਾਅਦ ਜਾ ਕੇ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਹ ਹੈ ਕਾਹਦੇ ਲਈ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਹੁੰਦਾ ਵਾਰੀ। ਹੁਣ ਪਰਮਾਤਮਾ ਨੂੰ ਮਿਲਣ ਦੀ ਤੇਰੀ ਵਾਰੀ ਆ ਗਈ। 83,99,999 ਜੂਨੀਆਂ ਪਰਮਾਤਮਾ ਨੂੰ ਨਹੀਂ ਮਿਲ ਸਕਦੀਆਂ, ਕਿਉਂਕਿ ਉਹਨਾਂ ਨੂੰ ਨਾਮ ਜਪਣ ਦੀ ਸੋਝੀ ਹੀ ਨਹੀਂ ਹੈ। ਇਹ ਇੱਕ ਮਨੁੱਖ ਹੈ ਜਿਹਨੂੰ ਪਰਮਾਤਮਾ ਨੇ ਸੋਝੀ ਦਿੱਤੀ ਹੈ। ਇਹ ਜਦੋਂ ਸਤ ਸੰਗਤ ਕਰਦਾ ਹੈ ਫਿਰ ਇਹਨੂੰ ਗਿਆਨ ਹੁੰਦਾ ਹੈ ਕਿ ਜਿਹੜਾ ਮਨੁੱਖਾ ਜੀਵਨ ਹੈ ਇਹ ਤੇ ਪਰਮਾਤਮਾ ਨੂੰ ਮਿਲਣ ਲਈ ਦਿੱਤਾ ਹੋਇਆ ਹੈ। ਫਿਰ ਸਤ ਸੰਗਤ ਕਰਦਿਆਂ ਨੂੰ ਗਿਆਨ ਹੁੰਦਾ ਹੈ ਕਿ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ। ਸਤ ਸੰਗਤ ਦੇ ਉਹਨੂੰ ਗਿਆਨ ਹੁੰਦਾ ਹੈ ਕਿ ਪਹਿਲਾਂ ਤੂੰ ਗੁਰੂ ਧਾਰਨ ਕਰ, ਗੁਰੂ ਤੈਨੂੰ ਗੁਰਮੰਤਰ ਦੇਵੇਗਾ, ਨਾਲ ਕੁਝ ਰਹਿਤਾਂ ਕੁਰਹਿਤਾਂ ਦੱਸੇਗਾ। ਫਿਰ ਉਹਨਾਂ ਤੇ ਤੂੰ ਪਹਿਰਾ ਦੇਈਂ, ਫਿਰ ਤੈਨੂੰ ਜਾ ਕੇ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰਮਾਤਮਾ ਨੂੰ ਮਿਲਣ ਦੀ ਇਹ ਤੇਰੀ ਵਾਰੀ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ। ਅਵਰ ਕਾਜ ਤੋਂ ਮਤਲਬ ਹੈ ਉਹ ਕੰਮ ਜਿਹੜੇ ਗੁਰਬਾਣੀ ਦੇ ਵਿਰੁੱਧ ਹਨ। ਚੋਰੀਆਂ ਕਰਨਾ, ਡਾਕੇ ਮਾਰਨਾ, ਠੱਗੀਆਂ ਕਰਨਾ, ਮਿਲਾਵਟਾਂ ਕਰਨਾ, ਧੋਖਾਧੜੀ ਕਰਨਾ, ਰਿਸ਼ਵਤਾਂ ਲੈਣਾ, ਮਕਾਨ ਦਬਣਾ, ਪਲਾਟ ਦਬਣਾ, ਪੈਸੇ ਲੈ ਕੇ ਮੁੱਕਰ ਜਾਣਾ, ਬਦਮਾਸ਼ੀਆਂ ਕਰਨੀਆਂ, ਨਸ਼ੇ ਕਰਨੇ, ਇਹ ਅਵਰ ਕਾਜ ਨੇ। ਅਵਰ ਕਾਜ ਤੇਰੇ ਕਿਤੇ ਨਾ ਕੰਮ। ਇਹ ਕੰਮ ਤੇਰੇ ਕਿਸੇ ਕੰਮ ਨਹੀਂ ਆਉਣੇ। ਇਹ ਜਿਹੜੇ ਕੰਮ ਕਹਿੰਦੇ ਤੂੰ ਕਰ ਨਾ, ਇਹ ਤੇਰੇ ਕਿਸੇ ਕੰਮ ਨਹੀਂ ਆਉਣੇ। ਕੀ ਕਰ ਫਿਰ? ਮਿਲ ਸਾਧ ਸੰਗਤ ਭਜ ਕੇਵਲ ਨਾ। ਸਤ ਸੰਗਤ 'ਚ ਆ ਕੇ ਕਹਿੰਦੇ ਨਾਮ ਜਪ। ਸਰੰਜਾਮ ਲਾਗ ਭਵਜਲ ਤਰਨ ਕੈ। ਸਰੰਜਾਮ ਹੁੰਦਾ ਪ੍ਰਬੰਧ ਕਰਨਾ, ਆਹਰ ਕਰਨਾ। ਤੂੰ ਉਸ ਭਵ ਸਾਗਰ ਨੂੰ ਤਰਨ ਦਾ ਪ੍ਰਬੰਧ ਕਰ। ਇਹਨੂੰ ਤਰਨ ਲਈ ਕੋਈ ਆਹਰ ਕਰ, ਕੋਈ ਯਤਨ ਕਰ ਵੀ ਇਹ ਭਵ ਸਾਗਰ ਨੂੰ ਮੈਂ ਕਿਵੇਂ ਤਰ ਸਕਦਾ। ਕਿਉਂਕਿ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ। ਰੰਗ ਹੁੰਦਾ ਪਿਆਰ। ਮਾਇਆ ਨੂੰ ਪਿਆਰ ਕਰਨ ਕਾਰਨ ਹੈ ਇਨਸਾਨ ਤੇਰਾ ਮਨੁੱਖਾ ਜੀਵ ਵਿਅਰਥ ਜਾ ਰਿਹਾ ਹੈ। ਕਿਉਂ ਮਾਇਆ ਨਾਲ ਪਿਆਰ ਹੈ, ਇਸ ਲਈ ਰੱਬ ਨਾਲ ਕੋਈ ਲੈਣ ਦੇਣ ਨਹੀਂ ਹੈ। ਉਦੇਸ਼ ਹੈ ਵੱਧ ਤੋਂ ਵੱਧ ਮਾਇਆ ਪ੍ਰਾਪਤ ਕਰਨੀ। ਕਹਿੰਦੇ ਇਸ ਲਈ ਤੇਰਾ ਮਾਇਆ ਨਾਲ ਪ੍ਰੇਮ ਹੈ, ਰੱਬ ਨਾਲ ਪ੍ਰੇਮ ਨਹੀਂ ਹੈ। ਇਹ ਤੇਰਾ ਜਨਮ ਹੀ ਵਿਅਰਥ ਜਾ ਰਿਹਾ ਹੈ। ਮੰਨ ਲਓ ਬੱਚਾ ਸਕੂਲ ਗਿਆ ਹੈ,
ਸਾਲ ਜਾਂਦਾ ਰਿਹਾ ਤੇ ਫੇਲ ਹੋ ਗਿਆ, ਇਹਦਾ ਮਤਲਬ ਸਕੂਲ ਗਿਆ ਵਿਅਰਥ। ਉਹਦਾ ਸਕੂਲ ਜਾਣਾ ਵਿਅਰਥ ਹੋ ਗਿਆ। ਇਸ ਲਈ ਕਿ ਤੂੰ ਮਾਇਆ ਨਾਲ ਪਿਆਰ ਕਰਦਾ ਹੈ, ਰੱਬ ਦਾ ਨਾਮ ਨਹੀਂ ਜਪਦਾ, ਤੇਰਾ ਜੀਵਨ ਵਿਅਰਥ ਜਾ ਰਿਹਾ ਹੈ। ਜਨਮ ਤੋਂ ਭਾਵ ਹੈ ਮਨੁੱਖਾ ਜੀਵਨ। ਜਪ ਤਪ ਸੰਜਮ ਧਰਮ ਨਾ ਕਮਾਇਆ। ਤੂੰ ਕੋਈ ਜਪ ਨਹੀਂ ਕੀਤਾ, ਕੋਈ ਤਪ ਨਹੀਂ ਕੀਤਾ। ਸੰਜਮ ਹੁੰਦਾ ਆਪਣੀਆਂ ਇੰਦਰੀਆਂ 'ਤੇ ਕੰਟਰੋਲ ਕਰਨਾ। ਤੂੰ ਇੰਦਰੀਆਂ 'ਤੇ ਕੋਈ ਕੰਟਰੋਲ ਨਹੀਂ ਕੀਤਾ, ਤੂੰ ਧਰਮ ਦੀ ਕਮਾਈ ਨਹੀਂ ਕੀਤੀ। ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਨਾ ਤੂੰ ਸਾਧੂ ਦੀ ਸੇਵਾ ਕੀਤੀ, ਨਾ ਰੱਬ ਦੀ ਸੇਵਾ ਕੀਤੀ। ਕਹਿੰਦੇ ਤੇਰੇ ਗਿਆਨ ਹੀ ਨਹੀਂ ਹੈ ਵੀ ਗੁਰੂ ਦੀ ਸੇਵਾ ਕਰਨੀ ਹੈ, ਰੱਬ ਦੀ ਸੇਵਾ ਕਰਨੀ ਹੈ। ਰੱਬ ਦੀ ਸੇਵਾ ਹੁੰਦਾ ਉਹਦਾ ਨਾਮ ਜਪਣਾ, ਤੇ ਸਾਧ ਦੀ ਸੇਵਾ ਹੁੰਦੀ ਹੈ ਉਹਦਾ ਹੁਕਮ ਮੰਨਣਾ। ਜਿਵੇਂ ਬਾਣੀ ਕਹਿੰਦੀ ਉਵੇਂ ਕਰਨਾ, ਇਹ ਗੁਰੂ ਦੀ ਸੇਵਾ ਹੈ। ਰੱਬ ਦਾ ਨਾਮ ਜਪਣਾ ਇਹ ਰੱਬ ਦੀ ਸੇਵਾ ਹੈ। ਇਸ ਲਈ ਕਹਿੰਦੇ ਨਾ ਤੂੰ ਗੁਰੂ ਨੂੰ ਜਾਣਿਆ, ਨਾ ਸੇਵਾ ਕੀਤੀ, ਨਾ ਰੱਬ ਦੀ ਕੋਈ ਸੇਵਾ ਕੀਤੀ, ਉਹਨੂੰ ਜਾਣੇ ਨਹੀਂ ਤੂੰ। ਕਹੋ ਨਾਨਕ ਹਮ ਨੀਚ ਕਰਮਾਂ। ਕਹਿੰਦੇ ਕਹਿ ਪਏ ਇਸ ਦਾ ਨੀਚ ਕਰਮੀ ਹਾਂ, ਮੈਂ ਤੇ ਘਟੀਆ ਕਰਮ ਕਰਨ ਵਾਲਾ ਹਾਂ। ਸ਼ਰਨ ਪਰੇ ਕੀ ਰੱਖੋ ਸ਼ਰਮ। ਅਸੀਂ ਤੁਹਾਡੀ ਸ਼ਰਨ 'ਚ ਆ ਗਏ ਹਾਂ, ਹੁਣ ਸਾਡੀ ਸ਼ਰਮ ਆਉਂਦੀ, ਲਾਜ, ਸਾਡੀ ਲਾਜ ਰੱਖੋ। ਸੋ ਗੁਰੂ ਤੇ ਪਰਮਾਤਮਾ ਦੀ ਸ਼ਰਨ 'ਚ ਆਉਣਾ ਹੈ। ਸ਼ਰਨ 'ਚ ਆਉਣਾ ਸਭ ਤੋਂ ਔਖਾ ਹੁੰਦਾ ਹੈ। ਨੌਕਰ ਹੋਣਾ, ਸੇਵਾ ਕਰਨਾ ਇਹ ਔਖਾ ਨਹੀਂ, ਸ਼ਰਨ 'ਚ ਆਉਣਾ ਸਭ ਤੋਂ ਔਖਾ ਹੈ। ਜਿਹੜਾ ਸ਼ਰਨ 'ਚ ਆ ਜਾਏ ਉਹਨੂੰ ਕਹਿੰਦੇ ਸ਼ਰਨਾਰਥੀ ਹੈ। ਜਿਹਦੀ ਸ਼ਰਨ 'ਚ ਆਇਆ ਉਹਦਾ ਹੁਕਮ ਚੱਲੇਗਾ। ਸ਼ਰਨਾਰਥੀ ਦਾ ਕੋਈ ਹੁਕਮ ਨਹੀਂ ਚੱਲਦਾ ਹੈ। ਇਸ ਲਈ ਸ਼ਰਨ 'ਚ ਆਉਣਾ ਸਭ ਤੋਂ ਔਖਾ ਹੈ। ਜਿਹੜਾ ਸ਼ਰਨ 'ਚ ਆਉਂਦਾ ਤੇ ਆਪਣੀ ਮਰਜ਼ੀ ਨਹੀਂ ਚੱਲਦੀ। ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਦੇ ਸ਼ਰਨ 'ਚ ਆਏ, ਆਪਣੀ ਕੋਈ ਮਰਜ਼ੀ ਨਹੀਂ ਕੀਤੀ। 7 ਸਾਲ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ 'ਚ ਆਏ, ਕੋਈ ਮੰਗ ਨਹੀਂ ਕੀਤੀ, ਕੋਈ ਰਾਏ ਨਹੀਂ ਦਿੱਤੀ। ਜਿਵੇਂ ਮਾਲਕ ਨੇ ਕਿਹਾ ਉਵੇਂ ਕੀਤਾ। ਇਸ ਲਈ ਕਹਿੰਦੇ ਹੇ ਪਰਮਾਤਮਾ ਮੈਂ ਤੇਰੀ ਸ਼ਰਨ 'ਚ ਆ ਗਿਆ, ਹੁਣ ਮੇਰੀ ਲਾਜ ਰੱਖੋ। ਆਸਾ ਮਹਿਲਾ ਪੰਜਵਾਂ। ਤੁਝ ਬਿਨ ਅਵਰ ਨਾਹੀ ਮੈਂ ਦੂਜਾ, ਤੂੰ ਮੇਰੇ ਮਨ ਮਾਹੀ। ਮਾਹੀ ਹੁੰਦਾ ਪਿਆਰਾ, ਮਾਹੀ ਹੁੰਦਾ ਵਿੱਚ। ਤੁਝ ਬਿਨ ਅਵਰ ਨਹੀਂ ਮੈਂ ਦੂਜਾ। ਹੇ ਪਰਮਾਤਮਾ ਤੇਰੇ ਤੋਂ ਬਿਨਾਂ ਮੈਨੂੰ ਤੇਰੇ ਵਰਗਾ ਹੋਰ ਕੋਈ ਲੱਗਦਾ ਹੀ ਨਹੀਂ ਹੈ। ਤੂੰ ਮੇਰੇ ਮਨ ਮਾਹੀ, ਤੂੰ ਮੇਰੇ ਮਨ 'ਚ ਵਸਦਾ ਹੈ। ਤੂੰ ਸਾਜਨ ਸੰਗੀ ਪ੍ਰਭ ਮੇਰਾ। ਹੇ ਪਰਮਾਤਮਾ ਤੂੰ ਮੇਰਾ ਸੱਜਣ ਹੈ, ਤੂੰ ਮੇਰਾ ਸੰਗੀ ਹੈ। ਕਾਹੇ ਜੀ ਡਰਾਹੀਂ, ਹੇ ਜਿੰਦੇ ਤੂੰ ਕਿਉਂ ਡਰਦੀ ਹੈ। ਜਦੋਂ ਪਰਮਾਤਮਾ ਸੱਜਣ ਹੈ, ਸੰਗੀ ਹੈ, ਫਿਰ ਕਿਤੇ ਡਰਨਾ ਕਾਹਦਾ। ਤੁਮਰੀ ਓਟ ਤੁਮਾਰੀ ਆਸਾ। ਹੇ ਪਰਮਾਤਮਾ ਮੈਨੂੰ ਤਾਂ ਤੁਹਾਡੀ ਓਟ ਹੈ, ਤੁਹਾਡਾ ਹੀ ਆਸ, ਤੁਹਾਡੇ 'ਤੇ ਹੀ ਆਸ ਹੈ। ਬੈਠਤ ਊਠਤ ਸੋਵਤ ਜਾਗਤ, ਵਿਸਰ ਨਾਹੀ ਤੂੰ ਸਾਸ ਗਿਰਸ। ਹੇ ਪਰਮਾਤਮਾ ਚਾਹੇ ਮੈਂ ਬੈਠਾ ਹੋਇਆ, ਚਾਹੇ ਖੜਾ ਹਾਂ, ਚਾਹੇ ਸੁੱਤਾ ਹੋਇਆ ਹਾਂ, ਚਾਹੇ ਜਾਗਦਾ ਹਾਂ, ਚਾਹੇ ਸਾਹ ਮੈਂ ਲੈ ਰਿਹਾ, ਚਾਹੇ ਸਾਹ ਛੱਡ ਰਿਹਾ,
ਤੂੰ ਮੈਨੂੰ ਕਦੀ ਨਾ ਭੁੱਲੀ। ਵਿਸਰੋ, ਵਿਸਰਨਾ ਨਹੀਂ ਹੈ। ਕਹਿੰਦੇ ਮੈਂ ਕਿਸੇ ਵੀ ਹਾਲਤ ਵਿੱਚ ਹੋਵਾਂ, ਤੂੰ ਮੈਨੂੰ ਵਿਸਾਰੀ ਨਾ। ਰਹਾ ਰਾਖ ਰਾਖ ਸ਼ਰਨ ਪ੍ਰਭ ਆਪਣੀ, ਅਗਨ ਸਾਗਰ ਵਿਕਰਾਲਾ। ਹੇ ਪਰਮਾਤਮਾ, ਜਿਹੜਾ ਸੰਸਾਰ ਹੈ ਨਾ, ਇਹ ਤਾਂ ਅਗਨੀ ਦਾ ਬਹੁਤ ਭਿਆਨਕ ਵਿਕਰਾਲਾ ਹੁੰਦਾ, ਭਿਆਨਕ। ਇਹ ਤੇ ਅੱਗ ਦਾ ਬਹੁਤ ਭਿਆਨਕ ਸਮੁੰਦਰ ਹੈ। ਮੈਨੂੰ ਆਪਣੀ ਸ਼ਰਨ 'ਚ ਰੱਖ। ਰਾਖ ਕਕੇ ਨੌਕੜਾ ਰੱਖੋ, ਰੱਖੋ ਰੱਖੋ, ਜਿਵੇਂ ਆਪਾਂ ਕਹਿੰਦੇ। ਹੇ ਪਰਮਾਤਮਾ, ਇਹ ਸੰਸਾਰ ਬਹੁਤ ਭਿਆਨਕ ਅਗਨ ਦਾ ਸਮੁੰਦਰ ਹੈ। ਮੈਨੂੰ ਆਪਣੀ ਸ਼ਰਨ 'ਚ ਰੱਖੋ। ਨਾਨਕ ਕੇ ਸੁਖ ਦਾਤੇ ਸਤਿਗੁਰ, ਹਮ ਤੁਮਰੇ ਬਾਲ ਗੋਪਾਲ। ਹੇ ਸੁੱਖਾਂ ਦੇ ਦਾਤੇ, ਹੇ ਸਤਿਗੁਰ ਭਾਵ ਪਰਮਾਤਮਾ, ਹਮ ਤੁਮਰੇ ਬਾਲ ਗੋਪਾਲ। ਹੇ ਗੋਪਾਲ, ਅਸੀਂ ਤੇਰੇ ਬੱਚੇ ਹਾਂ। ਹੇ ਪਰਮਾਤਮਾ, ਅਸੀਂ ਤੇਰੇ ਬੱਚੇ ਹਾਂ। ਤੂੰ ਸੁੱਖਾਂ ਦਾ ਦਾਤਾ ਹਾਂ, ਤੂੰ ਸਾਨੂੰ ਆਪਣੀ ਸ਼ਰਨ 'ਚ ਰੱਖ। ਆਸਾ ਮਹਿਲਾ ਪੰਜਵਾਂ। ਹਰ ਜਨ ਲੀਨੇ ਪ੍ਰਭੂ ਛੁਡਾਏ। ਕਿ ਜਿਹੜੇ ਪਰਮਾਤਮਾ ਦੇ ਜਨ ਨੇ, ਪਰਮਾਤਮਾ ਦੇ ਭਗਤ ਨੇ, ਪਰਮਾਤਮਾ ਉਹਨਾਂ ਨੂੰ ਮੋਹ ਮਾਇਆ ਤੋਂ ਛੁਡਾ ਲੈਂਦਾ। ਕਿਉਂਕਿ ਬੰਦਾ ਮਾਇਆ ਦੇ ਮੋਹ 'ਚ ਫਸ ਜਾਂਦਾ ਹੈ। ਫਿਰ ਫਸੇ ਨੂੰ ਕੋਈ ਹੀ ਛੁਡਾਏਗਾ ਨਾ। ਜਿਹੜੇ ਪਰਮਾਤਮਾ ਦੇ ਭਗਤ ਨੇ, ਪਰਮਾਤਮਾ ਨੂੰ ਮੋਹ ਮਾਇਆ 'ਚੋਂ ਛੁਡਾ ਲੈਂਦਾ, ਮੋਹ ਮਾਇਆ 'ਚੋਂ ਕੱਢ ਲੈਂਦਾ। ਪ੍ਰੀਤਮ ਸਿਉ ਮੇਰੋ ਮਨ ਮਾਨਿਆ, ਤਾਪ ਮੂਆ ਬਿਖ ਖਾਏ। ਪ੍ਰੀਤਮ ਭਾਵ ਪਰਮਾਤਮਾ। ਪਰਮਾਤਮਾ ਦੇ ਨਾਲ ਹੁਣ ਮੇਰਾ ਮਨ ਮੰਨ ਗਿਆ ਹੈ। ਕਿਉਂਕਿ ਜਿੰਨਾ ਚਿਰ ਮਨ ਹੀ ਨਾ ਮੰਨੇ, ਉਹਨਾਂ ਚਿਰ ਕੋਈ ਕੰਮ ਕਰਨ ਦਾ ਸਵਾਦ ਨਹੀਂ ਆਉਂਦਾ। ਤੁਹਾਨੂੰ ਕਿਸੇ ਨੇ ਕਹਿਤਾ ਵੀ ਆਹ ਕੰਮ ਕਰ ਦਿਓ, ਤੁਹਾਡੀ ਉਸ ਕੰਮ 'ਚ ਰੁਚੀ ਹੀ ਨਹੀਂ ਹੈ, ਤੁਹਾਨੂੰ ਉਹ ਕੰਮ ਕਰਨ 'ਚ ਕੋਈ ਆਨੰਦ ਨਹੀਂ ਆਏਗਾ। ਜੇ ਮਨ ਮੰਨ ਜੇ, ਫਿਰ ਹੀ ਅਸਲ ਜਾ ਕੇ ਗੱਲ ਬਣਦੀ। ਪ੍ਰੀਤਮ ਸਿਉ ਮੇਰੋ ਮਨ ਮਾਨਿਆ। ਹੁਣ ਪਿਆਰੇ ਪਰਮਾਤਮਾ ਦੇ ਨਾਲ ਮੇਰਾ ਮਨ ਮੰਨ ਗਿਆ ਹੈ, ਭਾਵ ਮੈਂ ਪਰਮਾਤਮਾ ਦੀ ਭਜਨ ਬੰਦਗੀ ਕਰਨ ਲੱਗ ਪਿਆ ਹਾਂ। ਤਾਪ ਮੂਆ ਬਿਖ ਖਾਏ। ਬਿਖ ਹੁੰਦੀ ਜ਼ਹਿਰ। ਮੇਰਾ ਜਿਹੜਾ ਦੁੱਖ ਸੀ, ਉਹ ਤੇ ਜ਼ਹਿਰ ਖਾ ਕੇ ਮਰ ਗਿਆ, ਭਾਵ ਦੁੱਖ ਖਤਮ ਹੋ ਗਿਆ ਹੈ। ਤਾਪ ਦੁੱਖ ਰੁਕੇ। ਤੀਨੇ ਤਾਪ ਨਿਵਾਰਨ ਹਾਰਾ ਹੁੰਦਾ। ਤਿੰਨੋਂ ਦੁੱਖ ਨੇ, ਤਿੰਨ ਪ੍ਰਕਾਰ ਦੇ ਦੁੱਖ ਨੇ। ਮਾਨਸਿਕ ਦੁੱਖ, ਸਰੀਰਕ ਦੁੱਖ, ਆਰਥਿਕ ਦੁੱਖ। ਕਈ ਮਾਨਸਿਕ ਦੁੱਖ ਹੁੰਦੇ ਨੇ, ਕਈ ਸਰੀਰਕ ਦੁੱਖ ਹੁੰਦੇ ਨੇ, ਕਈ ਆਰਥਿਕ ਤੌਰ 'ਤੇ ਘਾਟਾ ਪੈ ਗਿਆ ਹੈ ਤਾਂ ਵੀ ਦੁੱਖ ਹੈ। ਇਸ ਲਈ ਕਹਿੰਦੇ ਜਿਹੜਾ ਤਾਪ ਹੈ ਨਾ, ਇਹ ਤੇ ਐਂ ਸਮਝੋ ਜ਼ਹਿਰ ਖਾ ਕੇ ਮਰ ਗਿਆ ਹੈ। ਕਿਉਂਕਿ ਨਾਮ ਜਪਣ ਲੱਗ ਗਿਆ, ਦੁੱਖ ਸਮਾਪਤ ਹੋ ਗਿਆ। ਅੱਗੇ ਕਹਿੰਦੇ ਪਾਲਾ ਤਾਊ ਕਛੂ ਨਾ ਵਿਆਪੈ, ਰਾਮ ਨਾਮ ਗੁਣ ਗਾਏ। ਪਾਲਾ ਹੁੰਦਾ ਜੀ ਠੰਡ, ਤਾਊ ਹੁੰਦਾ ਸੇਕ ਗਰਮੀ, ਭਾਵ ਦੁੱਖ ਸੁੱਖ। ਕਛੂ ਨਾ ਵਿਆਪੈ, ਰਾਮ ਨਾਮ ਗੁਣ ਗਾਏ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਹ ਦੁੱਖ ਸੁੱਖ ਤੋਂ ਉੱਪਰ ਹੋ ਜਾਂਦਾ ਹੈ। ਕਿਉਂਕਿ ਇੱਕ ਐਸੀ ਅਵਸਥਾ ਆ ਜਾਂਦੀ ਹੈ, ਸੁੱਖ ਹੋ ਦੁੱਖ ਹੋ, ਬੰਦਾ ਇੱਕ ਸਾਰ ਰਹਿੰਦਾ ਹੈ। ਉੱਥੇ ਉਹ ਸਹਿਜ ਅਵਸਥਾ 'ਚ ਪਹੁੰਚ ਗਿਆ ਹੈ। ਤੁਸੀਂ ਕਈ ਵਾਰੀ ਗਰਮੀਆਂ 'ਚ ਕਿਸੇ ਦਰਖਤ ਹੇਠਾਂ ਲੇਟੇ ਹੋਏ ਹੋ ਜਾਂ ਕਿਤੇ ਛਾਵੇਂ ਲੇਟੇ ਹੋਏ ਹੋ, ਉੱਪਰ ਆਕਾਸ਼ ਇੱਲ ਜਾਂ ਗਿਰਝ ਉੱਡ ਰਹੀ ਹੈ। ਅਗਰ ਉਹ ਬਹੁਤ ਉੱਚੀ ਉੱਡ ਰਹੀ ਹੈ ਤਾਂ ਕਿੰਨੀ ਦੇਰ ਉਹ ਖੰਭ ਨਹੀਂ ਹਿਲਾਉਂਦੀ,
ਹਵਾ 'ਚ ਹੈ ਤੈਰਦੀ ਜਾਂਦੀ ਹੈ। ਕਿਉਂ? ਉਹ ਐਟਮੋਸਫੀਅਰ ਦੇ ਉਸ ਲੈਵਲ 'ਤੇ ਪਹੁੰਚ ਗਈ ਹੈ। ਜਿਵੇਂ ਹਵਾਈ ਜਹਾਜ਼ ਜਿਹੜੇ ਬੈਠੇ ਹੋ, ਜਦੋਂ 15,000 ਫੁੱਟ ਦੀ ਉਚਾਈ 'ਤੇ ਚਲਾ ਜਾਂਦਾ ਹੈ, ਫਿਰ ਉਹ ਸਿੱਧਾ ਹੋ ਜਾਂਦਾ ਹੈ, ਫਿਰ ਉਹ ਡੋਲਦਾ ਨਹੀਂ ਹੈ। ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਤੁਸੀਂ ਹਵਾਈ ਜਹਾਜ਼ 'ਚ ਬੈਠੇ ਹੋਏ ਹੋ। ਤੁਹਾਨੂੰ ਐਂ ਲੱਗੇਗਾ ਹਵਾਈ ਜਹਾਜ਼ ਉੱਡ ਨਹੀਂ ਰਿਹਾ, ਇਹ 'ਤੇ ਖੜ੍ਹਾ ਹੈ। ਇਹ ਤਾਂ ਜੋ ਖਿੜਕੀ ਜੋ ਬਾਹਰ ਆਪਾਂ ਵੇਖਦੇ ਹਾਂ, ਫਿਰ ਪਤਾ ਲੱਗਦਾ ਹੈ ਵੀ ਹਾਂ ਇਹ 'ਤੇ ਚੱਲ ਰਿਹਾ। ਇੰਨਾ ਅਡੋਲ ਹੋ ਜਾਂਦਾ। ਇਸੇ ਲਈ ਫਿਰ ਉਸ ਵੇਲੇ ਜਿਹੜਾ ਉਹਨਾਂ ਕੋਲ ਲੰਗਰ ਪਾਣੀ ਛਕਾਉਣਾ ਦਾ, ਜਹਾਜ਼ ਵਾਲੇ ਖਵਾਉਣਾ ਪਿਆਉਣਾ ਦਾ, ਉਸ ਵੇਲੇ ਖਵਾਉਣਾ ਪਿਆਉਣਾ ਸ਼ੁਰੂ ਕਰ ਦਿੰਦੇ ਵੀ ਹੁਣ ਇਹਨਾਂ ਦਾ ਕੋਈ ਗਲਾਸ ਚਾਹ ਦਾ ਕੱਪ ਨਹੀਂ ਡੋਲੇਗਾ, ਐਂ ਅਡੋਲ ਜਾਏਗਾ। ਇਸ ਤਰ੍ਹਾਂ ਭਜਨ ਬੰਦਗੀ ਕਰਦੇ ਕਰਦੇ ਮਨ ਦੀ ਇੱਕ ਐਸੀ ਅਵਸਥਾ ਆ ਜਾਂਦੀ ਹੈ ਜਿੱਥੇ ਦੁੱਖ ਸੁੱਖ ਖੁਸ਼ੀ ਗਮੀ ਇੱਕ ਸਮਾਨ ਲੱਗਦੇ ਹਨ, ਕਿਉਂਕਿ ਰਾਮ ਨਾਮ ਗੁਣ ਗਾਏ ਗਾ ਗਾ ਕੇ ਇਹ ਅਵਸਥਾ ਪੈਦਾ ਹੋ ਜਾਂਦੀ। ਡਾਕੀ ਮਾਇਆ ਨੂੰ ਕਹਿੰਦੇ ਨੇ, ਉਂਝ ਡਾਕੇ ਮਾਰਨ ਵਾਲੀ ਨੂੰ ਕਹਿੰਦੇ ਡਾਕੀ। ਡਾਕੀ ਕੋ ਚਿਤ ਕਛੂ ਨਾ ਲਾਗੈ, ਚਰਨ ਕਮਲ ਸ਼ਰਨਾ। ਜਿਹੜਾ ਪਰਮਾਤਮਾ ਦੇ ਚਰਨ ਕਮਲਾਂ ਦੀ ਸ਼ਰਨ 'ਚ ਆ ਜਾਂਦਾ, ਮਾਇਆ ਦਾ ਉਸ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਨਹੀਂ ਤਾਂ ਹਰ ਮਨੁੱਖ ਮਾਇਆ ਦੇ ਪ੍ਰਭਾਵ ਵਿੱਚ ਹੈ। ਕੋਈ ਚਾਹ ਦੇ ਕੱਪ 'ਚ ਪ੍ਰਭਾਵ 'ਚ ਆ ਜਾਂਦਾ ਹੈ, ਕੰਮ ਕਰ ਦਿੰਦਾ। ਕੋਈ ਬੋਤਲ ਪੀ ਕੇ ਕੰਮ ਕਰ ਦਿੰਦਾ, ਪ੍ਰਭਾਵ 'ਚ ਆ ਗਿਆ ਨਾ। ਕੋਈ ਪੈਸੇ ਲੈ ਕੇ ਕੰਮ ਕਰਦੇ, ਸਭ ਮਾਇਆ ਦਾ ਪ੍ਰਭਾਵ ਹੈ। ਉਂਝ ਕਹਿ ਕੇ ਨਹੀਂ ਹੋ ਸਕਦਾ। ਜੇ ਪੰਜਾਬ ਸਰਕਾਰ ਦੇ ਕਰਮਚਾਰੀ ਜਿਹੜੇ ਦਫ਼ਤਰਾਂ 'ਚ ਬੈਠੇ ਨੇ, ਸਕੂਲਾਂ ਵਾਲਿਆਂ ਨੂੰ ਛੱਡ ਕੇ ਜੇ ਦਫ਼ਤਰਾਂ 'ਚ ਬੈਠੇ, ਇਹ ਨਹੀਂ ਹੋ ਸਕਦਾ। ਅਗਲਾ ਵੀ ਸਮਝਦਾ ਫਿਰ ਕਿਵੇਂ ਹੋਊ ਜੀ, ਫਿਰ ਢੰਗ ਦਾ ਤੇ ਐਂ ਹੋਊਗਾ। ਸੋ ਜਿਹੜਾ ਪਰਮਾਤਮਾ ਦੀ ਸ਼ਰਨ 'ਚ ਆ ਜਾਂਦਾ, ਉਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੋ ਜਾਂਦਾ। ਇਹ ਡਾਕੀ, ਇਹ ਮਾਇਆ ਉਹਦੇ ਚਿੱਤ 'ਤੇ ਕੋਈ ਅਸਰ ਨਹੀਂ ਕਰਦੀ। ਸੰਤ ਪ੍ਰਸਾਦ ਭਏ ਕਿਰਪਾਲਾ, ਹੋਏ ਆਪ ਸਹਾਈ। ਸੰਤ ਭਾਵ ਗੁਰੂ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਮਨੁੱਖ 'ਤੇ ਕਿਰਪਾਲੂ ਹੋ ਜਾਂਦਾ ਹੈ। ਆਪ ਫਿਰ ਮਨੁੱਖ ਦੀ ਸਹਾਇਤਾ ਕਰਦਾ ਹੈ। ਗੁਣ ਨਿਧਾਨ ਨਿਤ ਗਾਵੇ, ਨਾਨਕ ਸਹਿਸਾ ਦੁੱਖ ਮਿਟਾਏ। ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ। ਪਰਮਾਤਮਾ ਨੂੰ ਗੁਣਾਂ ਦਾ ਖਜ਼ਾਨਾ ਕਿਹਾ ਗਿਆ। ਇੱਕ ਦਾ ਗੁਣ ਨਹੀਂ, ਬੇਅੰਤ ਗੁਣ ਹਨ। ਗੁਰੂ ਮਹਾਰਾਜ ਕਹਿੰਦੇ, ਮੈਂ ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ, ਨਿੱਤ ਉਹਦੇ ਗੁਣ ਗਾਉਂਦਾ ਹਾਂ, ਤਾਂ ਜੋ ਸਹਿਸਾ ਦੁੱਖ ਮਿਟਾਏ, ਤਾਂ ਜੋ ਪਰਮਾਤਮਾ ਮੇਰਾ ਡਰ, ਮੇਰਾ ਦੁੱਖ ਦੂਰ ਕਰ ਦੇਵੇ। ਉਹਦੇ ਗੁਣ ਗਾਉਣੇ ਚਾਹੀਦੇ। ਆਸਾ ਮਹਿਲਾ ਪੰਜਵਾਂ। ਔਖਦ ਖਾਇਓ ਹਰ ਕੋ ਨਾਮ। ਔਖਦ ਹਿੰਦੀ ਦਾ ਸ਼ਬਦ ਹੈ ਔਸ਼ਧੀ। ਉਸ ਤੋਂ ਅਵਖਦ ਜਾਂ ਔਖਦ ਬਣਾਇਆ ਗਿਆ ਗੁਰਬਾਣੀ 'ਚ, ਭਾਵ ਦਵਾਈ। ਮੈਂ ਹਰੀ ਦੇ ਨਾਮ ਦੀ ਦਵਾਈ ਖਾਧੀ ਹੈ। ਫਿਰ ਕੀ ਹੋਇਆ? ਸੁਖ ਪਾਏ ਦੁੱਖ ਬਿਨਸਿਆ ਥਾਂ। ਮੈਨੂੰ ਸੁੱਖ ਦੀ ਪ੍ਰਾਪਤੀ ਹੋ ਗਈ ਅਤੇ ਦੁੱਖ ਦੀ ਥਾਂ ਹੀ ਖਤਮ ਹੋ ਗਈ। ਦੁੱਖ ਦੀ ਥਾਂ 'ਤੇ ਮੈਨੂੰ ਸੁੱਖ ਦੀ ਪ੍ਰਾਪਤੀ ਹੋ ਗਈ ਹੈ। ਕੀਤਾ ਕੀ? ਨਾਮ ਦੀ ਦਵਾਈ ਖਾਧੀ, ਭਾਵ ਨਾਮ ਜਪਿਆ। ਨਾਮ ਜਪਣ ਨਾਲ ਸੁੱਖ ਦੀ ਪ੍ਰਾਪਤੀ ਹੋ ਗਈ, ਦੁੱਖ ਖਤਮ ਹੋ ਗਏ। ਔਖਦ ਖਾਇਓ ਹਰ ਕੋ ਨਾਮ। ਔਖਦ ਖਾਇਓ ਹਰ ਕੋ ਨਾਮ। ਔਖਦ ਖਾਇਓ ਹਰ ਕੋ ਨਾਮ। ਔਖਦ ਖਾਇਓ ਹਰ ਕੋ ਨਾਮ।
ਸੁਖ ਪਾਏ ਦੁਖ ਬਿਨਸਿਆ ਥਾਂ, ਸੁਖ ਪਾਏ ਦੁਖ ਬਿਨਸਿਆ ਥਾਂ, ਸੁਖ ਪਾਏ ਦੁਖ ਬਿਨਸਿਆ ਥਾਂ, ਸੁਖ ਪਾਏ ਦੁਖ ਬਿਨਸਿਆ ਥਾਂ। ਇਸ ਲਈ ਭਾਈ ਨਾਮ ਜਪਣਾ ਚਾਹੀਦਾ। ਬਾਣੀ ਪੜ੍ਹੋ, ਨਾਮ ਜਪੋ, ਇੱਕੋ ਹੀ ਗੱਲ ਹੈ। ਤਾਪ ਗਿਆ ਬਚਨ ਗੁਰ ਪੂਰੇ। ਕਹਿੰਦਾ ਗੁਰੂ ਦੇ ਬਚਨਾਂ ਰਾਹੀਂ ਕਹਿੰਦਾ ਜਿਹੜਾ ਮੇਰਾ ਦੁੱਖ ਸੀ ਉਹ ਖਤਮ ਹੋ ਗਿਆ। ਤਾਪ ਦੁੱਖ ਆਨੰਦ ਭਇਆ ਸਭ ਮਿਟੇ ਵਸੂਰੇ। ਵਸੂਰੇ ਹੁੰਦਾ ਝੋਰੇ, ਝੋਰੇ ਚਿੰਤਾਵਾਂ ਫਿਕਰ ਉਹ ਸਾਰੇ ਮਿਟ ਗਏ, ਆਨੰਦ ਦੀ ਪ੍ਰਾਪਤੀ ਹੋ ਗਈ। ਪੂਰੇ ਗੁਰੂ ਦੇ ਬਚਨ 'ਤੇ ਚੱਲ ਕੇ ਫਿਰ ਕੀ ਹੋਇਆ? ਤਾਪ ਦੁੱਖ ਖਤਮ ਹੋ ਗਿਆ। ਸਾਰੇ ਝੋਰੇ, ਸਾਰੇ ਫਿਕਰ, ਸਾਰੀਆਂ ਚਿੰਤਾਵਾਂ ਮਿਟ ਗਈਆਂ ਅਤੇ ਆਨੰਦ ਦੀ ਪ੍ਰਾਪਤੀ ਹੋ ਗਈ। ਸੋ ਗੁਰੂ ਦੇ ਬਚਨ 'ਤੇ ਪਹਿਰਾ ਦੇਣਾ ਪੈਣਾ ਹੈ, ਫਿਰ ਇਹ ਤਾਂ ਹੋਏਗਾ। ਜੇ ਅਸੀਂ ਨਾਮ ਹੀ ਜਪੀਏ, ਜਿਵੇਂ ਗੁਰਬਾਣੀ ਕਹਿੰਦੀ ਉਵੇਂ ਜੀਵਨ ਹੀ ਜਿਉਣਾ ਸ਼ੁਰੂ ਕਰ ਦਈਏ, ਤਾਂ ਵੀ ਅਸੀਂ ਬਹੁਤ ਸੁਖੀ ਹੋ ਜਾਵਾਂਗੇ। ਘੱਟ ਤੋਂ ਘੱਟ ਹੁਣ ਕਿਸੇ ਕਰਮ ਦੇ ਕਾਰਨ ਸਾਨੂੰ ਕੋਈ ਦੁੱਖ ਨਹੀਂ ਹੋਏਗਾ। ਅਗਰ ਸਾਡੇ ਕਰਮ ਠੀਕ ਨੇ ਫਿਰ ਇਹਨਾਂ ਦਾ ਨਤੀਜਾ ਤਾਂ ਸੁੱਖ ਰੂਪ ਨਿਕਲੇਗਾ। ਕਈ ਵਾਰੀ ਦੁੱਖ ਸਾਡੀ ਜ਼ਿੰਦਗੀ ਪਿਛਲੇ ਕਰਮਾਂ ਕਾਰਨ ਆ ਜਾਂਦਾ ਹੈ। ਹੁਣ ਤੇ ਕਰਮ ਠੀਕ ਨੇ, ਪਰ ਦੁੱਖ ਦੇ ਪਿਛਲੇ ਕਰਮਾਂ ਕਾਰਨ ਆ ਗਿਆ ਹੈ। ਉਹ ਫਿਰ ਨਾਮ ਜਪ ਜਪ ਕੇ ਹੀ ਉਸ ਕਰਮ ਨੂੰ ਘਟਾਇਆ ਜਾਂ ਕੱਟਿਆ ਜਾ ਸਕਦਾ ਹੈ, ਹੋਰ ਕੋਈ ਢੰਗ ਤਰੀਕਾ ਨਹੀਂ ਹੈ। ਇਸ ਲਈ ਜਿਉਂ ਬੰਦਾ ਫਿਰ ਨਾਮ ਜਪਦਾ ਹੈ, ਉਹ ਜਿਹੜਾ ਦੁੱਖ ਦਾ ਕਾਰਨ ਸੀ ਉਹ ਖਤਮ ਹੁੰਦਾ ਹੈ, ਫਿਰ ਬੰਦੇ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸਾਰੇ ਦਾ ਸਾਰਾ ਕਰਮ ਨਹੀਂ ਕੱਟਿਆ ਕਰਦਾ, ਕਰਮ ਦਾ ਪ੍ਰਭਾਵ ਰਹਿ ਜਾਂਦਾ ਹੈ। ਜਿਵੇਂ ਤੁਸੀਂ ਰੂੜੀ ਸੀ, ਉਹ ਸਾਰੀ ਗੱਡੇ 'ਤੇ ਲੱਦ ਕੇ ਖੇਤਾਂ 'ਚ ਪਾਤੀ, ਪਰ ਜਿੱਥੇ ਰੂੜੀ ਸੀ ਨਾ ਬਦਬੂ ਉੱਥੋਂ ਆਉਂਦੀ ਰਹੇਗੀ। ਸਾਰਾ ਕਰਮ ਨਹੀਂ ਕੱਟਦਾ ਹੁੰਦਾ। ਪਤਾ ਲੱਗਦਾ ਕਿ ਹਾਂ ਵੱਡਾ ਕਰਮ ਹੁਣ ਛੋਟਾ ਹੋ ਗਿਆ ਹੈ। ਦੁੱਖ ਘਟਣਾ ਸ਼ੁਰੂ ਹੋ ਜਾਂਦਾ ਬੰਦੇ ਨੂੰ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜੀ ਜੰਤ ਸਗਲ ਸੁਖ ਪਾਇਆ। ਸਾਰੇ ਜੀਵਾਂ ਜੰਤੂਆਂ ਨੇ ਸੁਖ ਦੀ ਪ੍ਰਾਪਤੀ ਕੀਤੀ। ਕਿਵੇਂ? ਪਾਰ ਬ੍ਰਹਮ ਨਾਨਕ ਮਨ ਧਿਆਇਆ। ਉਹਨਾਂ ਨੇ ਆਪਣੇ ਮਨ 'ਚ ਪਰਮਾਤਮਾ ਨੂੰ ਧਿਆਇਆ, ਪਰਮਾਤਮਾ ਦਾ ਸਿਮਰਨ ਕੀਤਾ। ਇਸ ਲਈ ਉਹਨਾਂ ਜੀਵਾਂ ਜੰਤੂਆਂ ਨੂੰ ਸੁਖ ਦੀ ਪ੍ਰਾਪਤੀ ਹੋ ਗਈ। ਹਰ ਇਨਸਾਨ ਸੁਖ ਚਾਹੁੰਦਾ ਹੈ, ਉਹਨੂੰ ਇਹ ਨਹੀਂ ਪਤਾ ਕਿ ਸੁੱਖ ਮਿਲੇਗਾ ਕਿਵੇਂ। ਸੁੱਖ ਲਈ ਦੋ ਕੰਮ ਕਰਨੇ ਪੈਣਗੇ। ਇੱਕ ਤੇ ਕਰਮ ਸਹੀ ਕਰਨੇ ਪੈਣਗੇ। ਜੇ ਕਰਮ ਹੀ ਸਹੀ ਨਹੀਂ ਤਾਂ ਸੁੱਖ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ, ਕਿਉਂਕਿ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਮੰਦਾ ਨਿਕਲਣਾ। ਇੱਕ ਤੇ ਕਰਮ ਸਹੀ ਕਰਨੇ ਪੈਣਗੇ, ਦੂਸਰਾ ਨਾਮ ਜਪਣਾ ਪਏਗਾ, ਤਾਂ ਜਾ ਕੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਜੇ ਤੁਸੀਂ ਸਿਰਫ ਕਰਮ ਸ਼ੁਭ ਕਰਦੇ ਰਹੇ, ਨਾਮ ਨਾ ਜਪਿਆ, ਤਾਂ ਮਗਰਲੇ ਕਰਮਾਂ ਕਾਰਨ ਦੁੱਖ ਖੜਾ ਰਹੇਗਾ। ਜੇ ਅਸੀਂ ਸ਼ੁਭ ਕਰਮ ਵੀ ਕਰੀਏ ਮਗਰ ਨਾਮ ਵੀ ਜਪੀਏ, ਤਾਂ ਮਗਰਲੇ ਕਰਮ ਘਟੀ ਜਾਣਗੇ, ਫਿਰ ਸੁੱਖ ਦੀ ਪ੍ਰਾਪਤੀ ਹੁੰਦੀ ਜਾਏਗੀ। ਅੱਗੇ ਕਹਿੰਦੇ ਆਸਾ ਮਹਿਲਾ ਪੰਜਵਾਂ। ਬਾਂਛਤ ਨਾਹੀ ਸੋ ਬੇਲਾ ਆਈ। ਬੇਲਾ ਮੈਨੇ ਵੇਲਾ, ਬਾਂਛਤ ਹੁੰਦਾ ਚਾਹੁਣਾ। ਜਿਹੜਾ ਨਹੀਂ ਸੀ ਚਾਹੁੰਦੇ ਉਹ ਵੇਲਾ ਆ ਗਿਆ। ਮੌਤ ਕੋਈ ਨਹੀਂ ਚਾਹੁੰਦਾ, ਪਰ ਉਹ ਆ ਗਈ ਹੈ। ਹਾਲਾਂਕਿ ਸਾਰਿਆਂ ਨੂੰ ਪਤਾ ਹੈ ਮੌਤ ਆਉਣੀ ਹੈ, ਪਰ ਕੋਈ ਵੀ ਨਹੀਂ ਚਾਹੁੰਦਾ। ਕੋਈ ਵੀ ਮੌਤ ਨਹੀਂ ਚਾਹੁੰਦਾ, ਪਰ ਉਹ ਵੇਲਾ ਆ ਗਿਆ।
ਬਿਨ ਹੁਕਮੇ ਕਿਉਂ ਬੁਝੈ ਬੁਝਾਈ। ਪਰ ਇਹਦੀ ਸੋਝੀ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਨਹੀਂ ਹੁੰਦੀ। ਪਰਮਾਤਮਾ ਦੇ ਹੁਕਮ ਤੋਂ ਬਿਨਾਂ ਇਹ ਸੋਝੀ ਹੀ ਨਹੀਂ ਹੁੰਦੀ ਕਿ ਭਾਈ ਉਹ ਅੰਤਲਾ ਸਮਾਂ ਤੇ ਆਉਣਾ ਹੀ ਆਉਣਾ ਹੈ। ਅੱਜ ਆਇਆ ਕਿ ਕੱਲ੍ਹ ਆਇਆ। ਉਹਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹ ਕਿਸੇ ਵੇਲੇ ਵੀ ਆ ਸਕਦਾ ਹੈ। ਉਹ ਕਿਸਾਨ ਦੇ ਕਹਿਣ, ਕਿਸਾਨ ਕਿਰਸਾਨੀ ਬੀਜਦਾ ਹੈ, ਉਹਦੀ ਮਰਜ਼ੀ ਕੱਚੀ ਵੱਢ ਲਏ ਪੱਕੀ ਵੱਢ ਲਏ। ਅਸੀਂ ਵੀ ਪਰਮਾਤਮਾ ਦੀ ਖੇਤੀ ਹਾਂ, ਉਹਦੀ ਮਰਜ਼ੀ ਹੈ ਸਾਨੂੰ ਬਚਪਨ 'ਚ ਲੈ ਜਾਏ, ਜਵਾਨੀ 'ਚ ਲੈ ਜਾਏ, ਬੁਢਾਪੇ 'ਚ ਲੈ ਜਾਏ। ਠੰਡੀ ਤਾਤੀ ਮਿੱਟੀ ਖਾਈ, ਅਖੀਰ ਨੂੰ ਸਰੀਰ ਨੇ ਮਿੱਟੀ ਬਣ ਜਾਣਾ ਹੈ। ਕੋਈ ਇਸ ਨੂੰ ਪਾਣੀ 'ਚ ਰੋੜਦਾ ਠੰਡੀ ਤਾਤੀ, ਕੋਈ ਇਸ ਨੂੰ ਸਾੜਦਾ ਹੈ। ਚਾਹੇ ਇਹਨੂੰ ਪਾਣੀ 'ਚ ਰੋੜੋ ਅਤੇ ਚਾਹੇ ਇਹਨੂੰ ਸਾੜੋ, ਅਖੀਰ ਨੂੰ ਮਿੱਟੀ ਨੇ ਖਾ ਜਾਣਾ। ਉਹ ਨਾ ਬਾਲਾ ਬੂਢਾ ਪਾਈ। ਪਰ ਜਿਸ ਦੇ ਆਸਰੇ ਸਰੀਰ ਚੱਲਦਾ ਹੈ ਉਹ ਹੈ ਆਤਮਾ। ਆਤਮਾ ਨਹੀਂ ਮਰਦੀ, ਉਹ ਤਾਂ ਸਰੀਰ 'ਚੋਂ ਨਿਕਲ ਜਾਂਦੀ ਹੈ। ਜਦੋਂ ਆਤਮਾ ਸਰੀਰ 'ਚੋਂ ਨਿਕਲਦੀ ਹੈ, ਇਸ ਸਰੀਰ ਨੂੰ ਕਹਿੰਦੇ ਮਰ ਗਿਆ ਜੀ। ਆਤਮਾ ਹਮੇਸ਼ਾ ਹੀ ਜਿਉਂਦੀ ਹੈ। ਉਹ ਫਿਰ ਹੋਰ ਕੋਈ ਸਰੀਰ ਧਾਰਨ ਕਰ ਲੈਂਦੀ ਹੈ। ਬਿਲਕੁਲ ਇਸੇ ਤਰ੍ਹਾਂ ਹੀ ਹੈ ਜਿਵੇਂ ਤੁਸੀਂ ਦਿਨੇ ਜੋ ਕੱਪੜੇ ਪਾਏ ਨੇ ਉਹ ਸ਼ਾਮ ਨੂੰ ਉਤਾਰ ਦਿੰਦੇ ਹੋ, ਹੋਰ ਪਾ ਲੈਂਦੇ ਹੋ। ਪਰ ਤੁਸੀਂ ਤੇ ਹੋਰ ਨਾ, ਕੱਪੜੇ ਠੀਕ ਹੈ ਲਾਤੇ, ਆਤਮਾ ਨੇ ਸਰੀਰ ਰੂਪੀ ਕੱਪੜਾ ਪਾਇਆ ਉੱਪਰ। ਆਤਮਾ ਨੇ ਆਪਣੇ ਆਪ ਨੂੰ ਸਰੀਰ ਨਾਲ ਢਕਿਆ ਹੋਇਆ ਹੈ। ਜਦੋਂ ਉਹਦੀ ਮਰਜ਼ੀ ਹੈ ਇਹ ਸਰੀਰ ਨੂੰ ਛੱਡ ਕੇ ਵਿੱਚੋਂ ਨਿਕਲ ਕੇ ਉਹ ਜਾ ਸਕਦੀ ਹੈ। ਜਦੋਂ ਸਰੀਰ ਤਿਆਗਦੀ ਹੈ ਆਤਮਾ, ਆਪਾਂ ਕਹਿੰਦੇ ਫਲਾਣਾ ਬੰਦਾ ਮਰ ਗਿਆ ਜੀ। ਆਤਮਾ ਅਮਰ ਹੈ। ਇਹ ਤਾਂ ਉਹਦਾ ਇੱਕ ਪਹਿਰਾਵਾ ਸੀ ਜਿਹੜੇ ਉਹਨੇ ਇੱਕ ਲਾਤਾ, ਹੁਣ ਹੋਰ ਕੋਈ ਪਾ ਲੈ। ਉਹ ਨਾ ਬਾਲਾ ਬੂਢਾ ਪਾਏ। ਜਿਹੜਾ ਆਤਮਾ ਹੈ, ਪੰਜਾਬੀ 'ਚ ਆਤਮਾ ਇਸਤਰੀ ਲਿੰਗ ਹੈ, ਹਿੰਦੀ 'ਚ ਆਤਮਾ ਪੁਲਿੰਗ ਹੈ। ਇਸ ਲਈ ਉਹ ਨਾ ਬਾਲਾ ਬੂਢਾ ਭਾਈ। ਆਤਮਾ ਜਿਹੜੀ ਹੈ ਉਹ ਨਾ ਬਚਪਨ ਹੈ ਉਹਦੇ 'ਚ, ਨਾ ਉਸ 'ਚ ਬੁਢਾਪਾ ਹੈ। ਹੁਣ ਤਾਂ ਇੱਕ ਸਾਹ ਰਹਿਣਾ ਰਹਾ। ਨਾਨਕ ਦਾਸ ਸਾਧ ਸ਼ਰਨਾਈ, ਗੁਰ ਪ੍ਰਸਾਦ ਪਉ ਪਾਰ ਪਰਾਈ। ਗੁਰਮੁਖ ਕਹਿੰਦੇ ਦਾਸ ਨਾਨਕ ਗੁਰੂ ਦੀ ਸ਼ਰਨ 'ਚ ਹੈ। ਸਾਧ ਭਾਵ ਗੁਰੂ, ਗੁਰੂ ਦੀ ਸ਼ਰਨ 'ਚ ਹੈ। ਗੁਰ ਪ੍ਰਸਾਦ ਪਉ ਪਾਰ ਪਰਾਈ। ਗੁਰੂ ਦੀ ਕਿਰਪਾ ਨਾਲ ਫਿਰ ਉਹ ਪਾਰ ਉਤਰ ਜਾਵੇਗਾ, ਇਸ ਭਵ ਸਾਗਰ ਤੋਂ ਪਾਰ ਲੱਗ ਜਾਏਗਾ। ਆਸਾ ਮਹਿਲਾ ਪੰਜਵਾਂ। ਸਦਾ ਸਦਾ ਆਤਮ ਪ੍ਰਗਾਸ, ਸਾਧ ਸੰਗਤ ਹਰ ਚਰਨ ਨਿਵਾਸ। ਸਾਧ ਸੰਗਤ 'ਚ ਆ ਕੇ ਜਦੋਂ ਕਿਸੇ ਦੇ ਹਿਰਦੇ 'ਚ ਹਰੀ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ। ਹਰੀ ਦੇ ਚਰਨਾਂ ਦਾ ਨਿਵਾਸ ਦਾ ਮਤਲਬ ਹਰੀ ਦੀ ਯਾਦ ਵਸ ਜਾਣਾ। ਜਦੋਂ ਕਿਸੇ ਦੇ ਹਿਰਦੇ 'ਚ ਹਰੀ ਦੀ ਯਾਦ ਵਸ ਜਾਂਦੀ ਹੈ ਨਾ, ਫਿਰ ਕੀ ਹੁੰਦਾ? ਸਦਾ ਸਦਾ ਆਤਮ ਪ੍ਰਗਾਸ, ਸਦਾ ਹੀ ਸਦਾ ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ। ਕਾਹਦਾ ਪ੍ਰਕਾਸ਼? ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਸਤ ਸੰਗਤ 'ਚ ਆਉਣਾ ਹੈ, ਸਮਾਂ ਪਾ ਕੇ ਹਰੀ ਦੇ ਚਰਨਾਂ ਦਾ, ਹਰੀ ਦੀ ਯਾਦ ਹਿਰਦੇ 'ਚ ਵਸ ਜਾਂਦੀ ਹੈ। ਫਿਰ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਰਾਮ ਨਾਮ ਨਿਤ ਜਪ ਮਨ ਮੇਰੇ, ਹੇ ਮੇਰੇ ਮਨ। ਨਿਤ ਤੋਂ ਭਾਵ ਹੈ ਹਮੇਸ਼ਾ। ਇੱਕ ਹੁੰਦਾ ਨਿਤ, ਇੱਕ ਹੁੰਦਾ ਅਨਿਤ। ਅਨਿਤ ਹੁੰਦਾ ਜੋ ਸਦਾ ਨਾ ਰਹੇ, ਨਿਤ ਜੋ ਸਦਾ ਰਹਿਣ ਵਾਲਾ, ਭਾਵ ਹਮੇਸ਼ਾ। ਰਾਮ ਨਾਮ ਨਿਤ ਜਪ ਮਨ ਮੇਰੇ। ਇਹ ਤੇ ਨਿਤ ਤੋਂ ਹਰ ਰੋਜ਼ ਤੋਂ ਨਹੀਂ ਸਮਝਣਾ। ਫਿਰ ਤੁਸੀਂ ਕਹਾ ਹਰ ਰੋਜ਼ ਕਿਸ ਵੇਲੇ ਜਪਣਾ ਜੀ, ਕਿੰਨਾ ਸਮਾਂ ਜਪਣਾ ਜੀ? ਨਹੀਂ, ਕਹਿੰਦੇ ਹਮੇਸ਼ਾ। ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਹਮੇਸ਼ਾ ਜਪ। ਫਿਰ ਕੀ ਹੋਏਗਾ?
ਸੀਤਲ ਸ਼ਾਂਤ ਸਦਾ ਸੁਖ ਪਾਵੇਂ, ਕਿਲ ਵਿਖ ਜਾਹੇ ਸਭੇ ਮਨ ਤੇਰੇ। ਤੇ ਹੇ ਮਨਾ ਤੂੰ ਠੰਡਾ ਠਾਰ ਹੋ ਜਾਏਗਾ, ਤੂੰ ਸ਼ਾਂਤ ਹੋ ਜਾਏਗਾ, ਤੂੰ ਸਦਾ ਸੁਖ ਪਾਵੇਂਗਾ। ਕਿਲ ਵਿਖਣ ਦਾ ਪਾਪ ਤੇਰੇ ਹੇ ਮਨਾ, ਤੇਰੇ ਸਾਰੇ ਪਾਪ ਖਤਮ ਹੋ ਜਾਣਗੇ। ਕਿ ਤੂੰ ਹਮੇਸ਼ਾ ਪਰਮਾਤਮਾ ਦਾ ਨਾਮ ਜਪ, ਤੇਰਾ ਮਨ ਸੀਤਲ ਹੋ ਜਾਏਗਾ, ਮਨ ਸ਼ਾਂਤ ਹੋ ਜਾਏਗਾ, ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ, ਤੇਰੇ ਸਾਰੇ ਪਾਪ ਖਤਮ ਹੋ ਜਾਣਗੇ। ਰਾਮ ਨਾਮ ਨਿਤ ਜਪ ਮਨ ਮੇਰੇ, ਰਾਮ ਨਾਮ ਨਿਤ ਜਪ ਮਨ ਮੇਰੇ। ਰਾਮ ਨਾਮ ਨਿਤ ਜਪ ਮਨ ਮੇਰੇ, ਰਾਮ ਨਾਮ ਨਿਤ ਜਪ ਮਨ ਮੇਰੇ। ਸੀਤਲ ਸ਼ਾਂਤ ਸਦਾ ਸੁਖ ਪਾਵੇਂ, ਸੀਤਲ ਸ਼ਾਂਤ ਸਦਾ ਸੁਖ ਪਾਵੇਂ। ਸੀਤਲ ਸ਼ਾਂਤ ਸਦਾ ਸੁਖ ਪਾਵੇਂ, ਸੀਤਲ ਸ਼ਾਂਤ ਸਦਾ ਸੁਖ ਪਾਵੇਂ। ਕਿਲ ਵਿਖ ਜਾਹੇ ਸਭੇ ਮਨ ਤੇਰੇ, ਕਿਲ ਵਿਖ ਜਾਹੇ ਸਭੇ ਮਨ ਤੇਰੇ। ਕਿਲ ਵਿਖ ਜਾਹੇ ਸਭੇ ਮਨ ਤੇਰੇ, ਕਿਲ ਵਿਖ ਜਾਹੇ ਸਭੇ ਮਨ ਤੇਰੇ। ਕਿਲ ਵਿਖ ਹੁੰਦਾ ਪਾਪ, ਤੇਰੇ ਸਾਰੇ ਪਾਪ ਖਤਮ ਹੋ ਜਾਣ। ਪਾਪਾਂ ਕਾਰਨ ਹੀ ਦੁੱਖ ਹੈ, ਪਾਪਾਂ ਕਾਰਨ ਹੀ ਵੱਡੀਆਂ ਵੱਡੀਆਂ ਬਿਮਾਰੀਆਂ ਹਨ। ਇਹ ਪਾਪ ਕਰਮ ਕੀਤੇ ਹਨ। ਕਈ ਬੱਚੇ ਨੇ ਜੰਮਦੇ ਹੀ ਜਿਹੜਾ ਹੈ ਉਹ ਐਸੀ ਅਵਸਥਾ 'ਚ ਹੁੰਦੇ ਨੇ ਕਿ ਉਹ ਦੂਜੇ 'ਤੇ ਨਿਰਭਰ ਹੋ ਜਾਂਦੇ ਨੇ। ਮੇਰੇ ਕੋਲ ਕਈ ਮਾਤਾ ਪਿਤਾ ਆਪਣੇ ਬੱਚੇ ਲੈ ਕੇ ਆਉਂਦੇ ਨੇ, ਇਹ ਜੀ ਬੋਲਣ ਨੇ ਜਿਹਨੇ ਸ਼ੁਰੂ ਕੀਤਾ ਜੀ, ਇਹ ਤੁਰਦਾ ਨਹੀਂ ਹੈ ਜੀ, ਇਹਦਾ ਦਿਮਾਗ ਨਹੀਂ ਕੰਮ ਕਰਦਾ ਜੀ, ਇਹ ਸ਼ਰਾਰਤਾਂ ਕਰਦਾ ਰਹਿੰਦਾ ਜੀ, ਕੋਈ ਜਨਮ ਤੋਂ ਅੰਨਾ ਹੋ ਗਿਆ ਹੈ, ਕੋਈ ਲੂਲਾ ਹੋ ਗਿਆ ਹੈ, ਕਿਸੇ ਨੂੰ ਜਨਮ ਤੋਂ ਹੀ ਬਿਮਾਰੀ ਲੱਗ ਗਈ ਹੈ, ਕੋਈ ਸਾਰੀ ਉਮਰ ਹੁੰਦੀ। ਕਈ ਬੱਚਿਆਂ ਨੂੰ ਜਨਮ ਤੋਂ ਹੀ ਸ਼ੂਗਰ ਹੁੰਦੀ, ਸਾਰੀ ਉਮਰ ਇਹਨੇ ਜਿੰਨਾ ਸਮਾਂ ਚਾਹੁੰਦਾ ਉਹ ਨਹੀਂ ਹਟਦੀ, ਕਿਉਂਕਿ ਜਨਮ ਤੋਂ ਹੈ। ਜੋ ਵੀ ਬਿਮਾਰੀ ਜਨਮ ਤੋਂ ਹੋਵੇਗੀ ਕੋਈ ਡਾਕਟਰ ਉਸ ਨੂੰ ਹਟਾ ਨਹੀਂ ਸਕਦਾ ਹੈ। ਜਨਮ ਤੋਂ ਜਿਹੜਾ ਅੰਨਾ ਸੰਸਾਰ ਦਾ ਕੋਈ ਡਾਕਟਰ ਨੂੰ ਸੁਜਾਖਾ ਨਹੀਂ ਕਰ ਸਕਦਾ। ਜਨਮ ਤੋਂ ਜਿਹੜਾ ਲੰਗੜਾ ਹੈ ਸੰਸਾਰ ਦਾ ਕੋਈ ਡਾਕਟਰ ਉਹਨੂੰ ਠੀਕ ਨਹੀਂ ਕਰ ਸਕਦਾ। ਜਨਮ ਤੋਂ ਹੀ ਜਿਹੜਾ ਹੈ ਐਬਨੋਰਮਲ ਹੈ ਉਹ ਕੋਈ ਡਾਕਟਰ ਠੀਕ ਕਰ ਸਕਦਾ। ਉਹ ਕਿਉਂ ਹੈ ਜਨਮ ਤੋਂ? ਉਹਨੇ ਕੋਈ ਵੱਡਾ ਪਾਪ ਕਰਮ ਕੀਤਾ ਸੀ ਵੀ ਤੂੰ ਸਾਰੀ ਉਮਰ ਹੁਣ ਇਹ ਦੁੱਖ ਭੋਗੀ ਜਾ, ਉਹਨੂੰ ਇਸ ਤਰ੍ਹਾਂ ਕਰਦਾ ਫਿਰ ਸਾਰੀ ਉਮਰ ਦੁੱਖ। ਉਹ ਜਿਨ੍ਹਾਂ ਦੇ ਘਰ 'ਚ ਪੈਦਾ ਹੋਇਆ, ਜਦੋਂ ਉਸਨੇ ਪਾਪ ਕਰਮ ਕੀਤਾ ਘਰ ਦੇ ਜੀਆਂ ਨੇ ਉਸਨੂੰ ਰੋਕਿਆ ਨਹੀਂ, ਰੋਕਿਆ ਨਹੀਂ। ਇਸ ਕਰਕੇ ਉਹ ਉਸ ਘਰ 'ਚ ਪੈਦਾ ਹੋ ਗਿਆ। ਹੁਣ ਤੁਸੀਂ ਵੀ ਨਾਲ ਦੁੱਖ ਭੋਗੋ। ਤੁਸੀਂ ਜੇ ਇਹਨੂੰ ਰੋਕਦੇ ਤਾਂ ਇਹਨੇ ਤੁਹਾਡੇ ਘਰ ਨਹੀਂ ਸੀ ਪੈਦਾ ਹੋਣਾ, ਤੁਸੀਂ ਇਹਨੂੰ ਰੋਕਿਆ ਨਹੀਂ ਹੈ, ਇਸ ਕਰਕੇ ਤੁਹਾਡੇ ਘਰ ਹੁਣ ਸਾਰੀ ਉਮਰ ਸਾਂਭੀ ਜਾਓ। ਇਸ ਤਰ੍ਹਾਂ ਜਿਹੜਾ ਹੈ ਫਿਰ ਸੰਯੋਗ ਬਣਦੇ ਨੇ। ਜੇ ਮੰਨ ਲਓ ਪੋਲੀਟੀਕਲ ਬੰਦੇ ਨੇ ਭੜਕਾ ਦਿੰਦੇ ਲੋਕਾਂ ਨੂੰ, ਲਾ ਦਿਓ ਘਰਾਂ ਨੂੰ ਅੱਗਾਂ, ਲਾਤੀਆਂ। ਹੁਣ ਜਦੋਂ ਅਗਲੇ ਜਨਮ ਹੋਣਗੇ ਸਭ ਤੋਂ ਵੱਧ ਦੁੱਖ ਭੋਗੇਗਾ ਜਿਸਨੇ ਅੱਗਾਂ ਲਵਾਈਆਂ। ਦੂਜੇ ਨੰਬਰ ਦੇ ਦੁੱਖ ਉਹ ਭੋਗਣਗੇ ਜਿਨ੍ਹਾਂ ਨੇ ਅੱਗਾਂ ਲਾਈਆਂ। ਬਾਅਦ 'ਚ ਨਹੀਂ ਕੁਝ ਸਕਦਾ ਹੈਗਾ। ਇਹ ਕਰਮਾਂ ਦਾ ਹਿਸਾਬ ਤੇ ਹੋਣਾ ਹੀ ਹੋਣਾ ਹੈ। ਅਸੀਂ ਉਦੋਂ ਜਨੂਨੀ ਬਣ ਕੇ ਜਿਹੜਾ ਹੈ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਹਾਂ। ਅੱਜ ਹੀ ਸੀ ਅਖਬਾਰ 'ਚ ਹਰਿਦੁਆਰ ਤੋਂ ਅੱਗੇ ਪਤਾ ਨਹੀਂ ਕਿਹੜੀ ਸਟੇਟ ਹੈ, 1991 ਦੇ ਵਿੱਚ 30 ਜਿਹੜਾ ਹੈ ਫੌਜੀਆਂ ਨੇ ਸਿਪਾਹੀਆਂ ਨੇ ਰਲ ਕੇ 10 ਸਿੱਖਾਂ ਨੂੰ ਕੁੱਟ ਕੇ ਮਾਰਤਾ। ਉਹ 91 ਦਾ ਮੁਕੱਦਮਾ ਚੱਲ ਰਿਹਾ, ਹੁਣ ਉਹਨਾਂ ਨੂੰ ਜਾ ਕੇ ਸਜ਼ਾ ਹੋ ਰਹੀ ਹੈ। ਵੀ ਜਾਂਦੇ ਕਿਤੇ। ਔਰ ਸਬੂਤ ਇਹ ਹੋ ਗਿਆ ਕਿ ਉਹ ਨਿਰਦੋਸ਼ ਸਨ ਸਿੱਖ, ਸਿਰਫ ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਮਾਰ ਦਿੱਤਾ ਗਿਆ। ਸੋ ਇਸ ਤਰ੍ਹਾਂ ਬਹੁਤ ਵੱਡਾ ਪਾਪ ਲੱਗਦਾ ਹੈ। ਨਾ ਧਰਮ ਦਾ ਨਾ ਗਿਆਨ ਹੋਣ ਕਾਰਨ ਲੋਕ ਇਸ ਤਰ੍ਹਾਂ ਕਰਦੇ ਰਹਿੰਦੇ ਹਨ।
ਸੋ ਗੁਰੂ ਮਹਾਰਾਜ ਕਹਿੰਦੇ, ਕਹੋ ਨਾਨਕ ਜਾ ਕੇ ਪੂਰਨ ਕਰਮ। ਗੁਰੂ ਮਹਾਰਾਜ ਜਿਹਦੇ ਪੂਰੇ ਭਾਗ ਹੋਣ, ਜਿਹਦੀ ਚੰਗੀ ਕਿਸਮਤ ਹੋਵੇ, ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ, ਉਹਨੂੰ ਗੁਰੂ ਅਤੇ ਪਰਮਾਤਮਾ ਮਿਲਦਾ ਹੈ। ਪਹਿਲਾਂ ਗੁਰੂ ਮਿਲਦਾ ਹੈ, ਫਿਰ ਪਰਮਾਤਮਾ ਮਿਲਦਾ ਹੈ। ਕਿਸ ਨੂੰ? ਜਿਹਦੇ ਵੱਡੇ ਭਾਗ ਹੋਣ। ਇਹ ਵੱਡੇ ਭਾਗਾਂ ਨਾਲ ਸਤ ਸੰਗਤ ਮਿਲਦੀ ਹੈ, ਵੱਡੇ ਭਾਗਾਂ ਨਾਲ ਹੀ ਗੁਰੂ ਮਿਲਦਾ ਹੈ, ਵੱਡੇ ਭਾਗਾਂ ਨਾਲ ਹੀ ਬੰਦਾ ਨਾਮ ਜਪਦਾ ਹੈ, ਵੱਡੇ ਭਾਗਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਪਹਿਲਾਂ ਹੀ ਬੰਦਾ ਵੱਡੇ ਭਾਗ ਲਿਖਾ ਕੇ ਲਿਆ ਹੁੰਦਾ, ਤਾਂ ਉਹ ਇਸ ਤਰ੍ਹਾਂ ਕਰਦਾ। ਭਾਗਹੀਨ ਬਹਿ ਰੋਏ, ਬਦਕਿਸਮਤ ਤਾਂ ਬੈਠੇ ਰੋਂਦੇ ਰਹਿੰਦੇ ਹਨ, ਉਹ ਹੈ ਨਹੀਂ ਬਦਕਿਸਮਤ ਹੈ। ਦੂਜੇ ਕਰਕੇ 34, ਇਹ 34 ਦੁਪਦੇ ਨੇ, ਉੱਪਰ ਅਸਰ ਦੁਪਦੇ। ਆਸਾ ਮਹਿਲਾ ਪੰਜਵਾਂ। ਜਾ ਕਾ ਹਰ ਸੁਆਮੀ ਪ੍ਰਭ ਬੇਲੀ। ਕਹਿੰਦਾ ਜਿਹਦਾ ਮਾਲਕ ਪਰਮਾਤਮਾ ਜਿਹੜਾ ਹੈ ਉਹ ਬੇਲੀ ਹੈ, ਮਿੱਤਰ ਹੈ। ਮਿੱਤਰ ਨੂੰ ਬੇਲੀ ਕਹਿੰਦੇ ਨੇ, ਇਹ ਮੇਰਾ ਬੇਲੀ ਹੈ। ਜਾ ਕਾ ਜਿਸ ਦਾ ਹਰ ਸੁਆਮੀ ਪ੍ਰਭ ਬੇਲੀ। ਹਰੀ ਪਰਮਾਤਮਾ ਜੋ ਸੁਆਮੀ ਹੈ, ਜੋ ਮਾਲਕ ਹੈ, ਜਿਸ ਦਾ ਉਹ ਬੇਲੀ ਹੈ। ਪੀੜ ਗਈ ਫਿਰ ਨਹੀਂ ਦੁਹੇਲੀ। ਪੀੜ ਹੁੰਦਾ ਦੁੱਖ, ਉਹਦਾ ਫਿਰ ਦੁੱਖ ਦੂਰ ਹੋ ਜਾਂਦਾ। ਅਤੇ ਕਦੇ ਦੁਹੇਲੀ ਹੁੰਦਾ ਦੁਖੀ, ਸੁਹੇਲੀ ਹੁੰਦਾ ਸੁਖੀ, ਦੁਹੇਲੀ ਮੈਨੇ ਦੁਖੀ। ਉਹਦਾ ਦੁੱਖ ਦੂਰ ਹੋ ਜਾਂਦਾ ਅਤੇ ਫਿਰ ਕਦੇ ਦੁਖੀ ਨਹੀਂ ਹੁੰਦੀ। ਕਿਉਂ? ਪਰਮਾਤਮਾ ਮਿੱਤਰ ਹੋ ਗਿਆ ਹੈ। ਉਹ ਆਪਣੇ ਦੋਸਤ ਨੂੰ ਕਿਵੇਂ ਦੁਖੀ ਰਹਿਣ ਦੇਗਾ ਜੀ? ਉਹ ਆਪਣੇ ਦੋਸਤ ਨੂੰ ਦੁਖੀ ਨਹੀਂ ਰਹਿਣ ਦੇਵੇਗਾ। ਇਸ ਹੁਣ ਪਰਮਾਤਮਾ ਬੇਲੀ ਕਿਵੇਂ ਬਣੇ? ਉਹਦਾ ਨਾਮ ਜਪ 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 ਕੇ, ਕਿਉਂਕਿ ਉਹ ਭਗਤ ਵਛਲ ਹੈ। ਜਿਹੜਾ ਉਹਦੀ ਭਗਤੀ ਕਰਦਾ, ਪਰਮਾਤਮਾ ਨੂੰ ਪਿਆਰ ਕਰਦਾ ਹੈ। ਜਦੋਂ ਅਸੀਂ ਨਾਮ ਜਪੀ ਜਾਓਗੇ, ਜਪੀ ਜਾਓਗੇ, ਜਪੀ ਜਾਓਗੇ, ਤੁਹਾਨੂੰ ਪਿਆਰ ਕਰਨ ਲੱਗ ਜਾਏਗਾ। ਉਹ ਤੁਹਾਡਾ ਪਿਆਰਾ ਹੋ ਜਾਏਗਾ, ਉਹ ਤੁਹਾਡਾ ਮਿੱਤਰ ਹੋ ਜਾਏਗਾ, ਤੁਹਾਡਾ ਬੇਲੀ ਹੋ ਜਾਏਗਾ। ਕਰ ਕਿਰਪਾ ਚਰਨ ਸੰਗ ਮੇਲੀ। ਪਰਮਾਤਮਾ ਕਿਰਪਾ ਕਰਦਾ, ਫਿਰ ਆਪਣੇ ਚਰਨਾਂ ਨਾਲ ਉਸ ਨੂੰ ਮਿਲਾ ਦਿੰਦਾ। ਸੁਖ ਸਹਿਜ ਆਨੰਦ ਸੁਹੇਲੀ। ਫਿਰ ਉਹ ਸੁਖੀ ਹੋ ਜਾਂਦੀ ਹੈ, ਉਹਨੂੰ ਸੁੱਖ ਸਹਿਜ ਅਵਸਥਾ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਪਰਮਾਤਮਾ ਨੇ ਆਪਣੇ ਚਰਨਾਂ ਨਾਲ ਉਹਨੂੰ ਜੋੜ ਲਿਆ, ਭਾਵ ਆਪਣੇ ਨਾਮ ਨਾਲ ਜੋੜ ਦਿਆ। ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ, ਉਹ ਸੁਖੀ ਹੋ ਜਾਂਦਾ ਹੈ, ਉਹ ਸਹਿਜ ਅਵਸਥਾ ਚਲੇ ਜਾਂਦਾ ਹੈ। ਦੁੱਖ ਆਓ ਸੁੱਖ ਆਓ, ਉਹਨੇ ਤਾਂ ਨਾਮ ਜਪੀ ਹੀ ਜਾਣਾ ਹੈ। ਉਹ ਆਨੰਦ 'ਚ ਆ ਜਾਂਦਾ ਹੈ। ਸੁਹੇਲੀ, ਉਹ ਸੁਖੀ ਹੋ ਜਾਂਦਾ ਹੈ। ਸਾਧ ਸੰਗ ਗੁਣ ਗਾਏ ਅਤੋਲੀ। ਅਤੋਲੀ ਹੁੰਦਾ ਪਰਮਾਤਮਾ। ਗੁਰੂ ਦੀ ਸੰਗਤ 'ਚ ਆ ਕੇ ਉਹ ਫਿਰ ਪਰਮਾਤਮਾ ਦੇ ਗੁਣ ਗਾਉਂਦਾ ਹੈ। ਕਿਉਂਕਿ ਕੋਈ ਵੀ ਕੰਮ ਕਰਨਾ ਹੈ, ਸਾਨੂੰ ਉਹੋ ਜਿਹੇ ਲੋਕਾਂ ਦੀ ਸੰਗਤ ਕਰਨੀ ਪਏਗੀ, ਤਾਂ ਅਸੀਂ ਉਸ ਕੰਮ 'ਚ ਕਾਮਯਾਬ ਹੋ ਸਕਦੇ ਹਾਂ। ਮੰਨ ਲਓ ਤੁਸੀਂ ਡਾਕੇ ਮਾਰਨੇ ਨੇ, ਤਾਂ ਤੁਹਾਨੂੰ ਡਾਕੂਆਂ 'ਚ ਰਹਿਣਾ ਪਏਗਾ। ਪਹਿਲਾਂ ਡਾਕੂਆਂ 'ਚ ਰਹਿਣਾ ਪਏਗਾ, ਤਾਂ ਹੀ ਤੁਹਾਨੂੰ ਡਾਕੇ ਮਾਰਨ ਦੀ ਜਾਚ ਆਵੇਗੀ। ਵਧੀਆ ਡਾਕੂ ਬਣੋਗੇ। ਚੋਰ ਨੂੰ ਚੋਰਾਂ ਦੀ ਸੰਗਤ ਕਰਨੀ ਪੈਣੀ। ਸਾਧ ਬਣਨਾ, ਫਿਰ ਸਾਧੂਆਂ ਦੀ ਸੰਗਤ ਕਰਨੀ ਪੈਣੀ। ਜਿੰਨਾ ਸਾਧ ਬਣਨਾ ਉਹਦੇ ਘਰ ਬਾਰ ਛੱਡੇ ਡੇਰਿਆਂ 'ਤੇ ਚਲੇ ਜਾਂਦੇ ਨੇ, ਉੱਥੇ ਸਾਧੂ ਹੁੰਦੇ ਨੇ, ਉਹਨੇ ਸੰਗਤ ਕਰਦੇ। ਆਮ ਤੌਰ 'ਤੇ ਜਿਸ ਨੇ ਵੀ ਸਾਧ ਬਣਨਾ ਹੁੰਦਾ ਜ਼ਿੰਦਗੀ 'ਚ, ਉਹ ਘਰ ਬਾਰ ਛੱਡ ਕੇ ਡੇਰਿਆਂ 'ਤੇ ਚਲਾ ਜਾਂਦਾ। ਉੱਥੇ ਸੇਵਾ ਕਰਦਾ, ਵੱਡੇ ਮਹਾਂਪੁਰਖਾਂ ਦੇ ਨਾਲ ਨਾਮ ਜਪਦਾ ਹੈ, ਉਹਨਾਂ ਤੋਂ ਅਗਵਾਈ ਲੈਂਦਾ ਹੈ, ਉਹਨਾਂ ਤੋਂ ਗਾਈਡੈਂਸ ਲੈਂਦਾ ਹੈ। ਕਿਉਂ ਕਿਸੇ ਪਾਸੇ ਵੀ ਤੁਹਾਨੂੰ ਤਰੱਕੀ ਕਰਨੀ ਹੈ, ਤੁਹਾਡੇ ਤੋਂ ਵੱਧ ਜਾਣਕਾਰ ਤੁਹਾਡੇ ਕੋਲ ਕੋਈ ਚਾਹੀਦਾ ਹੈ। ਹੁਣ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ,
ਤਾਂ ਜਿਹਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ, ਅਸਲ ਉਹੀ ਤੁਹਾਨੂੰ ਸਹੀ ਢੰਗ ਦੱਸ ਸਕਦਾ ਹੈ। ਠੀਕ ਹੈ, ਬਾਣੀ ਭਾਵੇਂ ਸਾਨੂੰ ਸਹੀ ਢੰਗ ਦੱਸਦੀ ਹੈ, ਪਰ ਬਾਣੀ 'ਚ ਸਾਰੀਆਂ ਗੱਲਾਂ ਨਹੀਂ ਲਿਖੀਆਂ ਹੁੰਦੀਆਂ। ਨਹੀਂ ਤਾਂ ਬਹੁਤ ਵੱਡਾ ਗ੍ਰੰਥ ਹੋਏ, ਸਾਰੀ ਗੱਲਾਂ ਲਿਖੀਆਂ, ਸਾਰੀਆਂ ਗੱਲਾਂ ਨਹੀਂ ਲਿਖੀਆਂ ਹੁੰਦੀਆਂ। ਭਜਨ ਬੰਦਗੀ ਕਰਦੇ ਹੋ, ਤੁਹਾਨੂੰ ਕੋਈ ਦ੍ਰਿਸ਼ ਦਿਸਿਆ ਹੈ, ਉਹ ਫਿਰ ਜੋ ਸਾਧੂ ਤੁਹਾਨੂੰ ਗਾਈਡ ਕਰੇਗਾ ਵੀ ਇਹਦਾ ਭਾਵ ਆਹ ਹੈ, ਤੂੰ ਹੁਣ ਆਹ ਕਰ, ਆਹ ਨਾ ਕਰ, ਇਸ ਤਰ੍ਹਾਂ ਕਰ। ਕਿਉਂਕਿ ਕਈ ਵਾਰੀ ਭਜਨ ਬੰਦਗੀ ਨੂੰ ਵਾਲੇ ਨੂੰ ਦੂਜੇ ਚੌਥੇ ਦਿਨ ਗਾਈਡੈਂਸ ਦੀ ਲੋੜ ਹੁੰਦੀ ਹੈ। ਕਈ ਵਾਰੀ ਸਾਡੀ ਸੋਈ ਇੱਕੋ ਥਾਂ 'ਤੇ ਟਿਕੀ ਰਹਿੰਦੀ ਹੈ। ਪਹਿਲਾਂ ਰਿਕਾਰਡ ਹੁੰਦੇ ਗਾਣੇ, ਹੁਣ ਤਵੇ ਪਿੰਡਾਂ 'ਚ ਕਹਿ ਦਿੰਦਾ, ਉਹ ਸੂਈ ਘੁੰਮਦੀ ਰਹਿੰਦੀ, ਹੇਠਾਂ ਗਾਣਾ ਸੂਈ ਫਿਰਦੀ ਰਹਿੰਦੀ, ਕਿਤੇ ਕਿਤੇ ਸੂਈ ਅੜ ਜਾਂਦੀ ਸੀ, ਬਸ ਉੱਥੇ ਹੀ ਉਹ ਗੱਲ ਰਿਪੀਟ ਕਰੀ ਜਾਂਦਾ ਹੁੰਦਾ ਸੀ, ਕਹਿੰਦੇ ਸੂਈ ਅੜ ਗਈ। ਫਿਰ ਮੰਨ ਲਓ ਸਾਡੀ ਜਿਹੜਾ ਭਜਨ ਬੰਦਗੀ ਕਰਦੇ ਕਿਤੇ ਸੂਈ ਅੜ ਗਈ ਹੈ, ਹੁਣ ਸਾਨੂੰ ਪਤਾ ਨਹੀਂ ਵੀ ਅੱਗੇ ਕੀ ਹੋਏਗਾ। ਫਿਰ ਸਾਧੂ ਜਿਹੜੇ ਹੁੰਦੇ ਨੇ ਉਹ ਫਿਰ ਗਾਈਡ ਕਰਦੇ, ਹੁਣ ਤੂੰ ਇਸ ਤਰ੍ਹਾਂ ਕਰ, ਹੁਣ ਤੂੰ ਇਸ ਤਰ੍ਹਾਂ ਕਰ। ਬਾਕੀ ਜੇ ਭਈ ਚੰਗੀ ਕਿਸਮਤ ਹੈ, ਮੇਰੇ ਕੋਲ ਕਈ ਸਾਲ ਪਹਿਲਾਂ ਇੱਕ ਬਜ਼ੁਰਗ ਆਏ, ਮੈਂ ਉਹਨਾਂ ਦੇ ਘਰ ਜਾਂਦਾ ਰਹਿੰਦਾ ਸੀ, ਅਖੰਡ ਪਾਠ ਕਰਦੇ ਸਨ। ਮੈਨੂੰ ਪਤਾ ਸੀ ਧਾਰਮਿਕ ਨੇ। ਪਹਿਲੇ ਦਿਨ ਜਦੋਂ ਉਹਨਾਂ ਦੇ ਘਰ ਗਿਆ, ਰੋਟੀ ਖਾ ਰਹੇ, ਉਹ ਕਹਿੰਦੇ ਬਾਬਾ ਜੀ ਮੇਰੇ ਲਈ ਅੱਧੀ ਰੋਟੀ ਛੱਡ ਦੇਣੀ ਹੈ। ਮੈਂ ਕੀ ਕਰੋਗੇ? ਮੈਂ ਕਿਹਾ ਤੁਹਾਡਾ ਸੀਤ ਪ੍ਰਸਾਦ ਖਾਣਾ ਹੈ। ਮੈਂ ਕਿਹਾ ਜੀ ਮੈਂ ਤਾਂ ਕੋਈ ਸੰਤ ਮਹਾਤਮਾ ਨਹੀਂ ਹਾਂ। ਕਹਿੰਦੇ ਨਹੀਂ, ਬਸ ਮੈਂ ਤੁਹਾਡਾ ਸੀਤ ਪ੍ਰਸਾਦ ਖਾਣਾ ਹੈ, ਅੱਧੀ ਰੋਟੀ ਛੱਡ ਦੇਣੀ ਹੈ। ਖੈਰ 105 ਸਾਲਾਂ ਦਾ ਹੋ ਗਿਆ, ਚੰਗਾ ਭਲਾ ਸੀ। ਮਰਨ ਤੋਂ 5 ਕੁ ਦਿਨ ਪਹਿਲਾਂ ਮੇਰੇ ਕੋਲ ਇੱਥੇ ਆਏ, ਇੱਕ ਬੱਚੇ ਨਾਲ ਲੈ ਕੇ। ਕਹਿੰਦੇ ਬਾਬਾ ਜੀ ਮੇਰੇ ਨਾਲ ਬੜੀ ਨਾ ਅਜੀਬ ਘਟਨਾ ਵਾਪਰੀ। ਕਹਿੰਦਾ ਮੈਂ ਸਿਮਰਨ ਕਰ ਰਿਹਾ ਸੀ ਸਵੇਰੇ, ਮੈਂ ਸਰੀਰ 'ਚੋਂ ਨਿਕਲ ਗਿਆ ਜੀ, ਸੱਚਖੰਡ ਚਲੇ ਗਏ। ਅੱਗੇ ਗੁਰੂ ਨਾਨਕ ਦੇਵ ਜੀ ਖੜ੍ਹੇ ਸਨ, ਉਹਨਾਂ ਮੈਨੂੰ ਸਾਰੇ ਸੱਚਖੰਡ 'ਚ ਫਿਰਾਇਆ, ਸਾਰਾ ਵਿਖਾਇਆ ਮੈਨੂੰ, ਬੜਾ ਮੈਨੂੰ ਆਨੰਦ ਆਇਆ। ਕਹਿੰਦੇ ਤੂੰ ਇੱਥੇ ਹੀ ਰਹਿ ਜਾ। ਅਤੇ ਕਹਿੰਦੇ ਮੇਰੇ ਮੂੰਹ ਨਿਕਲਿਆ ਨਾ ਜੀ ਮੈਂ ਤਾਂ ਵਾਪਸ ਜਾਣਾ, ਮੈਨੂੰ ਤਾਂ ਵਾਪਸ ਭੇਜੋ। ਕਹਿੰਦੇ ਗੁਰੂ ਨਾਨਕ ਨੂੰ ਚੜ੍ਹ ਗਿਆ ਗੁੱਸਾ, ਕਹਿੰਦੇ ਗਧਾ ਹੈ, ਇਹਨੂੰ ਗਧੇ 'ਤੇ ਚੜ੍ਹਾਓ ਅਤੇ ਛੱਡ ਕੇ ਆਓ। ਅਤੇ ਉਹਨਾਂ ਨੇ ਕਹਿੰਦਾ ਮੈਨੂੰ ਗਧੇ 'ਤੇ ਚੜ੍ਹਾ ਕੇ ਵਾਪਸ ਛੱਡ ਗਏ। ਤੇ ਕਹਿੰਦਾ ਦੇਖੋ ਕਿਆ ਬਦਕਿਸਮਤੀ ਹੈ। ਇਹੀ ਨਹੀਂ ਕਿਹਾ ਹੋਇਆ ਚੰਗਾ ਜੀ ਬਥੇਰੀ ਉਮਰ ਭੋਗ ਲਈ, ਇੱਥੇ ਰੱਖ ਲਓ। ਜੇ ਵੱਡੇ ਭਾਗ ਹੁੰਦੇ ਤਾਂ ਮੂੰਹ ਨਿਕਲਣਾ ਸੀ ਨਾ। ਨਹੀਂ ਤਾਂ ਆਪਾਂ ਕਈ ਵਾਰ ਕਹਿੰਦੇ ਆ ਮੈਂ ਫਲਾਣਾ ਕੰਮ ਸਮਝਾਵਾਂ ਜੀ, ਫਿਰ ਆਉਣਾ। ਉਹ ਕਹਿੰਦਾ ਮੈਨੂੰ ਕਿਹਾ ਹੁਣ ਤੂੰ ਇੱਥੇ ਹੀ ਰਹਿ ਜਾ। ਮੈਂ ਕਿਹਾ ਨਾ ਜੀ ਮੈਂ ਤਾਂ ਜਾਣਾ ਹੈ। ਉਹਨੂੰ ਕਹਿ ਗੁੱਸਾ ਚੜਿਆ, ਕਹਿੰਦੇ ਗਧਾ ਹੈ, ਇਹਨੂੰ ਗਧੇ 'ਤੇ ਚੜ੍ਹਾ ਕੇ ਛੱਡ ਕੇ ਆਓ। ਅਤੇ ਉਹਨੇ ਮੈਨੂੰ ਇਹ ਗੱਲ ਸੁਣਾਈ, ਅਤੇ ਉਹਦੇ 4-5 ਦਿਨਾਂ ਬਾਅਦ ਉਹਨੇ ਸਰੀਰ ਤਿਆਗ ਦਿੱਤਾ। ਸੋ ਇਹ ਭਾਗਾਂ ਬਿਨਾਂ ਨਹੀਂ ਗੱਲ ਬਣਦੀ ਹੈ, ਨਹੀਂ ਤਾਂ ਭਜਨ ਬੰਦਗੀ ਪੂਰੀ ਹੋ ਜਾਣੀ ਸੀ ਬਸ। ਹੁਣ ਇਹ ਇਸ ਗੱਲ ਪਿੱਛੋਂ ਇੱਕ ਜਨਮ ਹੋਰ ਲੈਣਾ ਪੈਣਾ ਹੈ। ਜਿੱਥੋਂ ਤੱਕ ਪਹੁੰਚ ਗਿਆ ਉਹ ਤਾਂ ਠੀਕ ਹੈ, ਉਹ ਤਾਂ ਕੋਈ ਕਿਸੇ ਖੋੜੀ ਨਹੀਂ ਹੈਗੀ, ਪਰ ਉਹ ਵੇਲਾ ਨਾ ਸੰਭਾਲ ਹੋਇਆ, ਸੋਝੀ ਨਾ ਆਈ ਉਸ ਵੇਲੇ, ਕਿਉਂਕਿ ਚੰਗੀ ਕਿਸਮਤ ਨਹੀਂ ਸੀ, ਸੋਝੀ ਨਹੀਂ ਆਈ ਹੈ ਜੀ, ਨਹੀਂ ਆਈ। ਸੋ ਇਸ ਕਰਕੇ ਕਹਿੰਦੇ ਸਾਧ ਸੰਗ ਗੁਣ ਗਾਏ ਅਤੁਲੀ। ਸਾਧੂ ਦੀ ਗੁਰੂ ਦੀ ਸੰਗਤ ਚੱਕ ਕੇ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ। ਫਿਰ ਗੁਣ ਗਾਉਂਦਿਆਂ ਗਾਉਂਦਿਆਂ ਕੀ ਹੁੰਦਾ? ਹਰ ਸਿਮਰਤ ਨਾਨਕ ਭਈ ਅਮੋਲੀ। ਅਮੋਲੀ ਦੇ ਅਮੋਲਕ, ਜਿਹਦਾ ਮੁੱਲ ਹੀ ਨਾ ਪਾਇਆ ਜਾ ਸਕੇ। ਕਿ ਜਿਹਨੇ ਗੁਰੂ ਦੀ ਸੰਗਤ ਚ ਆ ਕੇ ਪਰਮਾਤਮਾ ਦੇ ਗੁਣ ਗਾਏ, ਉਹ ਸਿਮਰਨ ਕਰ ਕਰਕੇ ਬਹੁਤ ਹੀ ਅਮੋਲਕ ਹੋ ਗਿਆ। ਉਹਦਾ ਹੁਣ ਕੋਈ ਮੁੱਲ ਹੀ ਨਹੀਂ ਪਸਦਾ, ਇੰਨਾ ਜੀਵਨ ਕੀਮਤੀ ਹੋ ਗਿਆ। ਆਸਾ ਮਹਿਲਾ ਪੰਜਵਾਂ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਖੇਡਤ ਸਭ ਜੂਐ ਹਾਰੇ।
ਕਾਮ, ਕ੍ਰੋਧ, ਮਾਇਆ। ਮਦ ਹੁੰਦਾ ਹੰਕਾਰ, ਮਤਸਰ ਹੁੰਦੀ ਹੈ ਈਰਖਾ। ਕਹਿੰਦੇ ਮੈਂ ਨਾ ਕਾਮ ਨੂੰ, ਕ੍ਰੋਧ ਨੂੰ, ਮਾਇਆ ਨੂੰ, ਹੰਕਾਰ ਨੂੰ, ਈਰਖਾ ਨੂੰ ਕਹਿੰਦੇ ਇਸ ਤਰ੍ਹਾਂ ਹਾਰ ਦਿੱਤਾ ਜਿਵੇਂ ਜੂਏ 'ਚ ਕੋਈ ਹਾਰ ਜਾਵੇ। ਭਾਵ ਇਹ ਮੈਂ ਸਾਰੇ ਹੀ ਛੱਡ ਦਿੱਤੇ ਨੇ। ਐਂ ਸਮਝੇ ਇਹਨਾਂ ਨੂੰ ਮੈਂ ਜੂਏ 'ਚ ਹਾਰਤਾ ਬਸ। ਸਾਧ ਉਹਦੀ ਥਾਂ 'ਤੇ ਫਿਰ ਕੀ ਆਇਆ ਦੇਖੋ। ਜਿਸ ਦਿਨ ਬਹੁਤ ਜ਼ਿਆਦਾ ਗਰਮੀ ਪਏ, ਹਵਾ ਬਿਲਕੁਲ ਬੰਦ ਹੋ ਜਾਏ, ਸਾਇੰਸ ਕਹਿੰਦੀ ਹੈ ਕਿ ਉੱਥੋਂ ਦੀ ਹਵਾ ਗਰਮ ਹੋ ਜਾਏਗੀ। ਗਰਮ ਹਵਾ ਹੌਲੀ ਹੁੰਦੀ ਹੈ, ਹੌਲੀ ਹਵਾ ਉੱਪਰ ਉੱਠੇਗੀ। ਹੇਠੋਂ ਥਾਂ ਖਾਲੀ ਹੋ ਗਈ ਹੈ, ਉਸ ਖਾਲੀ ਥਾਂ ਨੂੰ ਲੈਣ ਲਈ ਆਲੇ ਦੁਆਲੇ ਹਵਾ ਜ਼ੋਰ ਨਾਲ ਆਵੇਗੀ ਅਤੇ ਫਿਰ ਕਈ ਵਾਰੀ ਹਨੇਰੀ ਆ ਜਾਂਦੀ ਹੈ। ਪੁਰਾਣੇ ਸਮੇਂ ਦੇ ਬਜ਼ੁਰਗਾਂ ਨੇ ਕਹਿਣਾ, ਲੈ ਬਈ ਹਵਾ ਬਿਲਕੁਲ ਰੁਕ ਗਈ, ਹੁਣ ਹਨੇਰੀ ਆਊਗੀ। ਕਿਉਂ? ਖਾਲੀ ਥਾਂ ਨੂੰ ਭਰਨਾ ਹੈ। ਹੁਣ ਕਾਮ, ਕ੍ਰੋਧ, ਮਾਇਆ, ਹੰਕਾਰ, ਈਰਖਾ ਤਾਂ ਖਤਮ ਹੋ ਗਈ ਵਿੱਚ। ਹੁਣ ਉਹਦੀ ਥਾਂ ਵੀ ਤਾਂ ਕਿਸੇ ਲੈਣੀ ਹੈ ਜੀ। ਕੋਈ ਥਾਂ ਕੋਈ ਲਏਗਾ, ਉਹਦੀ ਥਾਂ ਕਿਸ ਨੇ ਲਈ? ਸਤ, ਸੰਤੋਖ, ਦਇਆ, ਧਰਮ, ਸੱਚ, ਇਹ ਆਪਣੇ ਗ੍ਰਹਿ ਭੀਤਰ ਵਾਰੇ ਮੈਨੇ ਵਾੜ ਲਏ। ਹੁਣ ਕਹਿੰਦੇ ਅਸੀਂ ਜਿਹੜਾ ਹੈ ਇਹ ਕਾਮ, ਕ੍ਰੋਧ, ਮਾਇਆ, ਹੰਕਾਰ ਅਤੇ ਈਰਖਾ ਨੂੰ ਤਾਂ ਛੱਡ ਦਿੱਤਾ ਹੈ, ਤਾਂ ਜੂਏ ਜਾਰ ਤੇ। ਉਹਨਾਂ ਦੀ ਥਾਂ 'ਤੇ ਸਾਡੇ ਅੰਦਰ ਸਤ, ਸੰਤੋਖ, ਦਇਆ, ਧਰਮ, ਸੱਚ, ਇਹ ਆਪਣੇ ਗ੍ਰਹਿ ਭੀਤਰ ਦੇ ਵਿੱਚ, ਆਪਣੇ ਘਰ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ ਵਾਰੇ ਹੁੰਦਾ, ਵਾੜ ਲਏ, ਪ੍ਰਵੇਸ਼ ਕਰ ਲਿਆ। ਹੁਣ ਸਾਡੇ ਘਰ ਦੇ ਵਿੱਚ ਇਹ ਗੁਣ ਆ ਗਏ, ਔਗਣ ਛੱਡਦੇ ਨੇ, ਉਹਦੀ ਥਾਂ 'ਤੇ ਗੁਣ ਆ ਗਏ। ਜਨਮ ਮਰਨ ਚੂਕੇ ਸਭ ਭਾਰੇ। ਭਾਰ ਪੰਡ ਨੂੰ ਕਹਿੰਦੇ ਨੇ। ਕਈ ਥਾਵਾਂ ਦੇ ਪੰਡ ਨੂੰ ਨਾ ਪਿੰਡਾਂ 'ਚ ਭਾਰ ਕਹਿੰਦੇ ਸੀ। ਇਹ ਕਣਕ ਦੇ ਕਿੰਨੇ ਭਾਰ ਹੋਏ ਨੇ, ਵੀ ਕਿੰਨੀਆਂ ਪੰਡਾਂ ਹੋਈਆਂ। ਜੰਮਣ ਮਰਨ ਦੇ ਜਿਹੜੇ ਜਿੰਨੀਆਂ ਭਾਰ ਸਨ ਸਭ ਕਹਿੰਦੇ ਖਤਮ ਹੋ ਗਏ। ਭਾਵ ਹੁਣ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਗਿਆ। ਮਿਲਤ ਸੰਗ ਭਇਓ ਮਨ ਨਿਰਮਲ, ਗੁਰ ਪੂਰੈ ਲੈ ਖਿਨ ਮਹਿ ਤਾਰੇ। ਮਿਲਤ ਸੰਗ, ਸੰਗਤ ਦੇ ਵਿੱਚ ਆ ਕੇ ਭਇਓ ਮਨ ਨਿਰਮਲ, ਮਨ ਨਿਰਮਲ ਹੋ ਗਿਆ। ਕਿਉਂਕਿ ਕੁਸੰਗਤ ਨੇ ਮਨ 'ਤੇ ਮੈਲ ਚੜਾਉਣੀ ਹੈ, ਸਤ ਸੰਗਤ ਨੇ ਮਨ ਤੋਂ ਮੈਲ ਲਾਉਣੀ ਹੈ। ਜਦੋਂ ਸਤ ਸੰਗਤ 'ਚ ਆਏ ਮਨ ਨਿਰਮਲ ਹੋ ਗਿਆ। ਗੁਰ ਪੂਰਾ, ਫਿਰ ਪੂਰੇ ਗੁਰੂ ਨੇ ਕੀਤਾ ਲੈ ਖਿਨ ਮੈਂ ਤਾਰੇ, 1 ਸੈਕਿੰਡ ਦੇ ਪਾਰ ਉਤਾਰਾ ਕਰਤਾ। ਗੁਰੂ ਮਹਾਰਾਜ ਨੇ ਕਹਿੰਦੇ ਇਨਸਾਨ ਦਾ ਭਵ ਸਾਗਰ ਤੋਂ ਪਾਰ ਉਤਾਰਾ ਕਰਤਾ, ਕਿਉਂਕਿ ਨਿਰਮਲ 'ਚ ਹੋ ਗਿਆ। ਬਸ ਜਦੋਂ ਮਨ ਟੋਟਲ ਨਿਰਮਲ ਹੋ ਜਾਏਗਾ, ਸਾਨੂੰ ਦੁਬਾਰਾ ਜੀਵਨ ਨਹੀਂ ਲੈਣਾ ਪਵੇਗਾ, ਕਿਉਂਕਿ ਮਨ ਨਿਰਮਲ ਹੁੰਦੇ ਸਾਰੀ ਪਰਮਾਤਮਾ ਨੇ ਪ੍ਰਗਟ ਹੋ ਜਾਣਾ ਹੈ। ਜਦੋਂ ਪਰਮਾਤਮਾ ਪ੍ਰਗਟ ਹੋ ਗਿਆ, ਅਸੀਂ ਜੰਮਣ ਮਰਨ ਤੋਂ ਰਹਿਤ ਹੋ ਜਾਣਾ ਹੈ। ਇਸ ਲਈ ਦੁਬਾਰਾ ਜਿਹੜਾ ਜਨਮ ਹੀ ਨਹੀਂ ਲੈਣਾ। ਕਿਉਂਕਿ ਅਗਰ ਇੱਕ ਵੀ ਇੱਛਾ ਮਨ 'ਚ ਰਹਿ ਜਾਏ, ਦੁਬਾਰਾ ਜਨਮ ਲੈਣਾ ਪੈਂਦਾ ਉਸ ਇੱਛਾ ਦੀ ਪੂਰਤੀ ਲਈ। ਜਦੋਂ ਕੋਈ ਇੱਛਾ ਨਾ ਰਹੇ, ਬੁੱਧ ਮਤ ਅਤੇ ਜੈਨ ਮਤ ਉਸਨੂੰ ਕਹਿੰਦੇ ਨਿਰਵਾਣ ਪਦਵੀ। ਨਿਰਵਾਣ, ਜਿੱਥੇ ਕੋਈ ਮੋਹ ਨਹੀਂ, ਕੋਈ ਇੱਛਾ ਨਹੀਂ, ਉਹ ਨਿਰਵਾਣ ਪਦਵੀ ਹੁੰਦੀ ਹੈ। ਉੱਥੇ ਫਿਰ ਜੰਮਣ ਮਰਨ ਜਾ ਕੇ ਖਤਮ ਹੋ ਜਾਂਦਾ। ਸਭ ਕੀ ਰੇਨ ਹੋਏ ਰਹਿ ਮਨੂਆ, ਸਗਲੇ ਦੀਸੈ ਮੀਤ ਪਿਆਰੇ। ਹੁਣ ਕਹਿੰਦੇ ਜਿਹੜਾ ਮਨ ਹੈ ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿੰਦਾ। ਰੇਨ ਹਿੰਦੀ ਦਾ ਸ਼ਬਦ ਹੈ ਰੇਨੂ, ਤਾਂ ਹੀ ਨੰਨੇ ਨੂੰ ਲਾਇਆ ਹੋਇਆ। ਹਿੰਦੀ 'ਚ ਰੇਨੂ ਕਹਿੰਦੇ। ਕਈ ਲੜਕੀਆਂ ਦਾ ਨਾਂ ਵੀ ਰੇਨੂ ਬਾਲਾ ਹੁੰਦਾ। ਉਹਨਾਂ ਵਿਚਾਰੀ ਨੂੰ ਮੀਨਿੰਗ ਭਾਵੇਂ ਆਵੇ ਨਾ ਆਵੇ, ਪਰ ਨਾਮ ਰੇਨੂ ਬਾਲਾ ਹੁੰਦਾ। ਚਰਨ ਧੂੜ
ਕਿਉਂਕਿ ਰੇਣੂ ਜਿਹੜਾ ਹੈ ਨਾਉਨ ਹੈ, ਨਾਉਨ ਹੋਣ ਕਰਕੇ ਗੁਰਬਾਣੀ 'ਚ ਇਹਦਾ ਔਂਕੜ ਨਹੀਂ ਬੋਲਿਆ ਜਾਂਦਾ, ਇਸ ਲਈ ਆਪਾਂ ਰੇਨ ਬੋਲਦੇ। ਸਭ ਕੀ ਰੇਨ ਹੋਏ ਰਹਿ ਮਨੂਆ। ਫਿਰ ਜਦੋਂ ਬੁਰਾਈਆਂ ਸਾਰੀਆਂ ਖਤਮ ਹੋ ਗਿਆ, ਮਨ ਪਵਿੱਤਰ ਹੋ ਗਿਆ, ਹੁਣ ਇਹ ਮਨ ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿੰਦਾ ਹੈ। ਹੁਣ ਕੀ ਹੈ, ਸਗਲੇ ਦੀਸੈ ਮੀਤ ਪਿਆਰੇ, ਹੁਣ ਸਾਰੇ ਮਿੱਤਰ ਹੀ ਦਿਸਦੇ ਨੇ, ਤਾਂ ਕਿ ਵਿਸਰ ਗਈ ਸਭ ਤਾਤ ਪਰਾਈ, ਫਿਰ ਕੋਈ ਬਗਾਨਾ ਦਿਸਦਾ ਹੀ ਨਹੀਂ ਹੈਗਾ, ਸਾਰੇ ਹੁਣ ਮਿੱਤਰ ਹੀ ਦਿਸਦੇ। ਜੋ ਅਵਸਥਾ ਨਹੀਂ ਆਉਂਦੀ ਉਹਨਾਂ ਚਿਰ ਕੋਈ ਆਪਣਾ ਹੈ, ਕੋਈ ਬਗਾਨਾ ਹੈ, ਕੋਈ ਚੰਗਾ ਹੈ, ਕੋਈ ਮੰਦਾ ਹੈ, ਉੱਥੇ ਜਾ ਕੇ ਫਿਰ ਜਿਹੜਾ ਹੈ ਜਿਹੋ ਜਿਹੀ ਕਹਿੰਦੇ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਜਿਹੋ ਜਿਹੀ ਸਾਡੀ ਸੋਚ ਹੁੰਦੀ ਹੈ ਸੰਸਾਰ ਵੀ ਸਾਨੂੰ ਉਹੇ ਜਿਹੇ ਲੱਗਦਾ ਹੈ। ਆਮ ਕਹਾਵਤ ਹੈ, ਚੋਰ ਨੂੰ ਸਾਰੇ ਚੋਰ ਹੀ ਵਿਖਾਈ ਦਿੰਦੇ ਨੇ ਅਤੇ ਸਾਧ ਨੂੰ ਸਾਰੇ ਸਾਧ ਹੀ ਵਿਖਾਈ ਦਿੰਦੇ ਨੇ। ਹਾਲਾਂਕਿ ਨਾ ਸਾਰੇ ਚੋਰ ਨੇ, ਨਾ ਸਾਰੇ ਸਾਧ ਨੇ, ਪਰ ਜਿਹੋ ਜਿਹੀ ਮਨੁੱਖ ਦੀ ਆਪਣੀ ਅੰਦਰਲੀ ਹਾਲਤ ਹੁੰਦੀ ਹੈ, ਬਾਹਰੋਂ ਸੰਸਾਰ ਵੀ ਉਸਨੂੰ ਉਹੇ ਜਿਹੇ ਦਿਸਦਾ ਹੈ। ਹੁਣ ਅੰਦਰੋਂ ਜਿਹੜਾ ਮਨ ਸਾਫ਼ ਹੋ ਗਿਆ ਹੈ, ਇਸ ਲਈ ਹੁਣ ਸਾਰੇ ਆਪਣੇ ਮਿੱਤਰ ਹੀ ਪਿਆਰੇ ਹੀ ਵਿਖਾਈ ਦਿੰਦੇ ਹਨ। ਸਭ ਮਦੇ ਰਵਿਆ ਮੇਰਾ ਠਾਕੁਰ, ਰਵਿਆ ਹੁੰਦਾ ਵਸਦਾ ਹੈ, ਮਦੇ ਮੈਨੇ ਵਿੱਚ, ਮੇਰਾ ਠਾਕੁਰ ਮੇਰਾ ਪਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਹੈ। ਦਾਨ ਦੇਤ ਸਭ ਜੀ ਸੰਭਾਰੇ, ਉਹ ਸਾਰੇ ਜੀਵਾਂ ਨੂੰ ਦਾਤਾਂ ਦਿੰਦਾ ਹੈ, ਦਾਨ ਤਾਂ ਪਾਵੇ ਤੇ ਦਾਤਾਂ, ਉਹ ਸਾਰੇ ਜੀਵਾਂ ਨੂੰ ਦਾਤਾਂ ਦਿੰਦਾ ਹੈ, ਸੰਭਾਰੇ ਅਤੇ ਸਾਰਿਆਂ ਨੂੰ ਸੰਭਾਲਦਾ ਹੈ, ਸਭ ਦੀ ਸਾਂਭ ਸੰਭਾਲ ਵੀ ਕਰਦਾ ਹੈ। ਉਹਨੂੰ ਫਿਰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਜਾਂਦਾ, ਏਕੋ ਏਕ ਆਪ ਇੱਕ ਏਕ ਹੈ, ਏਕ ਹੈ ਸਗਲਾ ਪਾਸਾਰੇ, ਏਕੋ ਏਕ ਆਪ ਇੱਕ ਏਕ ਹੈ, ਪਰਮਾਤਮਾ ਇੱਕ ਹੈ, ਪਰਮਾਤਮਾ ਇੱਕ ਹੈ, ਏਕ ਹੈ ਸਗਲ ਪਸਾਰੇ, ਸਾਰੇ ਪਸਾਰੇ ਜੋ ਇੱਕ ਪਰਮਾਤਮਾ ਹੀ ਹੈ। ਜਿੰਨਾ ਕੁਛ ਪਰਮਾਤਮਾ ਬਣਾਇਆ ਸਭ ਦੇ ਵਿੱਚ ਪਰਮਾਤਮਾ ਹੈ। ਜਪ ਜਪ ਹੋਏ ਸਗਲ ਸਾਧ ਜਨ, ਏਕ ਨਾਮ ਧਿਆਏ ਬਹੁਤ ਉਧਾਰੇ। ਜਿਹੜੇ ਵੀ ਪਰਮਾਤਮਾ ਦਾ ਨਾਮ ਜਪਦੇ ਰਹੇ ਸਾਰੇ ਸਾਧ ਹੋ ਗਏ। ਜਪ ਜਪ ਹੋਏ ਸਗਲ ਸਾਧ ਜਨ, ਨਾਮ ਜਪਣ ਵਾਲੇ ਕਹਿੰਦੇ ਸਾਰੇ ਸਾਧੂ ਹੋ ਗਏ। ਏਕ ਨਾਮ ਧਿਆਏ, ਉਹ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਬਹੁਤ ਉਧਾਰੇ, ਅਤੇ ਉਹਨਾਂ ਨੇ ਬਹੁਤ ਦਾ ਭਲਾ ਕਰ ਦਿੱਤਾ, ਪਾਰ ਉਤਾਰਾ ਕਰ ਦਿੱਤਾ। ਸੋ ਸਾਧ ਬਣਨਾ ਕਿ ਜਪੀ ਜੋ ਨਾਮ। ਕੋਈ ਸਾਧ ਜਾ ਰਿਹਾ, ਸੰਤ ਜਾ ਰਿਹਾ, ਜੀ ਕਹਿੰਦਾ ਆਪਾਂ ਵੀ ਸੰਤ ਹੋਈਏ, ਸਾਰੇ ਢੰਗ ਦੱਸੇ ਬਾਣੀ ਜੀ, ਹੋ ਸਕਦੇ ਹੋ ਸਕਦੇ ਹੋ। ਵੈਸੇ ਤਾਂ ਉਹ ਹੋਵੇਗਾ ਜਿਹੜਾ ਲਿਖਾ ਕੇ ਹੈ ਕਿ ਤੂੰ ਸਾਧ ਹੋਏਗਾ, ਦੂਜਾ ਸਿਰਫ ਨਾਮ ਜਪਦਾ ਰਹੇਗਾ। ਦੋ ਬੰਦੇ ਇਕੱਠੇ ਲੱਗੇ ਨੇ ਨਾਮ ਜਪਣ, ਇੱਕ ਨੂੰ ਪ੍ਰਾਪਤੀ ਹੋ ਗਈ ਹੈ, ਇੱਕ ਨੂੰ ਨਹੀਂ ਹੋਈ, ਵੀ ਗੱਲ ਕੀ ਹੈ? ਦੋਨੋਂ ਇਕੱਠੇ ਰਹਿੰਦੇ, ਇੱਕੋ ਜਿੰਨੀ ਭਜਨ ਬੰਦਗੀ ਕਰਦੇ, ਇੱਕ ਨੂੰ ਪ੍ਰਾਪਤੀ ਇੱਕ ਨੂੰ ਨਹੀਂ ਹੋਈ। ਇੱਕ ਦੇ ਭਾਗਾਂ 'ਚ ਪ੍ਰਾਪਤੀ ਲਿਖੀ ਸੀ, ਉਹਨੂੰ ਪ੍ਰਾਪਤੀ ਹੋ ਗਈ, ਦੂਜੇ ਨੂੰ ਨਹੀਂ, ਉਸਦਾ ਅਗਲੇ ਜਨਮ 'ਚ ਉਸਨੂੰ ਪ੍ਰਾਪਤੀ ਹੋਵੇ। ਹਰ ਸਭ ਕੁਛ ਲਿਖਿਆ ਹੋਇਆ ਹੈ, ਜੋ ਲਿਖਿਆ ਹੋਇਆ ਅਸੀਂ ਉਹਦੇ ਅਨੁਸਾਰ ਹੀ ਕਰਮ ਕਰ ਰਹੇ ਹਾਂ। ਕਿਸੇ ਦੇ ਭਾਗਾਂ 'ਚ ਚੰਗੇ ਕਰਮ ਲਿਖੇ ਨੇ ਉਹ ਚੰਗੇ ਕਰਦੇ ਰਹਿੰਦੇ, ਕਿਸੇ ਮੰਦੇ ਲਿਖੇ ਨੇ ਮੰਦੇ ਕਰਦਾ, ਕਿਸੇ ਗਰੀਬੀ ਲਿਖੀ ਹੈ ਗਰੀਬ ਰਹਿੰਦਾ, ਕਿਸੇ ਅਮੀਰੀ ਲਿਖੀ ਹੈ ਅਮੀਰ ਹੋ ਜਾਂਦਾ। ਕਈ ਵਾਰੀ ਗਰੀਬੀ ਹੁੰਦੀ ਹੈ, ਪਰਮਾਤਮਾ ਤੂੰ 40 ਸਾਲ ਦੀ ਉਮਰ 'ਚ ਜਾ ਕੇ ਅਮੀਰ ਹੋਵੇਗਾ, ਬਸ ਉਦੋਂ ਕੋਈ ਐਸੀ ਬਿੱਦ ਬਣਦੀ ਹੈ ਬੰਦਾ ਅਮੀਰ ਹੋ ਜਾਂਦਾ। ਪਹਿਲਾਂ 40 ਸਾਲ ਗਰੀਬੀ ਦਾਅਵੇ 'ਚ ਉਸਨੇ ਕੱਟ ਲਏ, ਕਦੋਂ ਅਮੀਰ ਤੋਂ ਗਰੀਬ ਹੋ ਜਾਣਾ ਹੈ ਉਹ ਵੀ ਸਭ ਲਿਖਿਆ ਹੁੰਦਾ। ਆਪਾਂ ਐਵੇਂ ਨਹੀਂ ਸਤਸੰਗ ਕਰ ਰਹੇ, ਐਵੇਂ ਨਹੀਂ ਬਾਣੀ ਪੜ੍ਹ ਰਹੇ, ਐਵੇਂ ਨਹੀਂ ਕਥਾ ਸੁਣ ਰਹੇ, ਅਸੀਂ ਲਿਖਾ ਕੇ ਲਿਆ, ਸਾਡੇ ਭਾਗਾਂ 'ਚ ਲਿਖਿਆ ਹੋਇਆ ਹੈ, ਸਾਡੀ ਕਿਸਮਤ ਸਾਨੂੰ ਪ੍ਰੇਰ ਕੇ ਲਿਆਈ ਹੈ।
ਸਾਡਾ ਉਹੋ ਜਿਹੀ ਸੁਭਾਅ ਹੋ ਜਾਏਗਾ, ਉਹੋ ਜਿਹੀ ਸੋਚ ਹੋ ਜਾਏਗੀ, ਉਹੋ ਜਿਹੀ ਆਦਤਾਂ ਹੋ ਜਾਣੀਆਂ। ਫਿਰ ਕਈ ਵਾਰੀ ਲਿਖਿਆ ਹੁੰਦਾ ਹੈ ਫਲਾਣਾ ਮਿਲੇਗਾ ਫਿਰ ਤੂੰ ਬਦਲੇਗਾ। ਪਹਿਲਾਂ ਹੁਣ ਦੂਜੇ ਕਹੀ ਜਾਂਦੇ ਨੇ ਤੂੰ ਗੁਰੂ ਵਾਲਾ ਬਣ ਜਾ, ਤੂੰ ਨਹੀਂ ਬਣਦਾ, ਉਹ ਮੰਨਦੇ ਹੀ ਨਹੀਂ। ਜਿਹਦਾ ਲਿਖਿਆ ਹੈ ਕਿ ਫਲਾਣਾ ਆ ਕੇ ਤੈਨੂੰ ਕਹੇਗਾ ਫਿਰ ਤੂੰ ਮੰਨੇਗਾ, ਉਹ ਜਦੋਂ ਕਹਿੰਦਾ ਉਹ ਮੰਨ ਜਾਂਦਾ, ਉਹ ਮੰਨ ਜਾਂਦਾ। ਕ੍ਰੈਡਿਟ ਉਸ ਨੂੰ ਚਲਿਆ ਜਾਂਦਾ ਜਿਹਦੇ ਕਿਹਾ ਉਹ ਮੰਨ ਗਿਆ। ਲਿਖਿਆ ਹੁੰਦਾ ਕਿ ਫਲਾਣਾ ਆਊਗਾ ਫਿਰ ਤੂੰ ਮੰਨੇਗਾ, ਕਿਉਂਕਿ ਆਪਾਂ ਨੂੰ ਪਤਾ ਨਹੀਂ, ਇਸ ਲਈ ਸਾਡਾ ਫਰਜ਼ ਪਤਾ ਕਹੀ ਜਾਣਾ। ਕੀ ਪਤਾ ਅਸੀਂ ਫਲਾਣਿਆਂ 'ਚ ਹੋਈਏ, ਕੀ ਪਤਾ, ਕਿਉਂਕਿ ਹੱਥ ਤੇ ਹੱਥ ਤਾਰੀ। ਹਾਲਾਂ ਮੈਨੂੰ ਪਤਾ, ਹੁਣ ਤੁਹਾਨੂੰ ਪਤਾ ਲੱਗ ਗਿਆ ਬਈ ਸਤ ਸੰਗਤ 'ਚ ਉਸੇ ਨੇ ਹੀ ਆਉਣਾ ਹੈ ਜਿਹਦੇ ਭਾਗਾਂ 'ਚ ਲਿਖਿਆ ਹੋਇਆ ਹੈ। ਆਪਾਂ ਨੂੰ ਨਹੀਂ ਪਤਾ ਇਸ ਦੇ ਭਾਗਾਂ 'ਚ ਲਿਖਿਆ ਹੈ ਕਿ ਨਹੀਂ ਲਿਖਿਆ ਹੋਇਆ। ਸਾਡਾ ਫਰਜ਼ ਬਣਦਾ ਉਸ ਨੂੰ ਕਹਿੰਦੇ ਰਹਿਣਾ, ਪ੍ਰੇਰਦੇ ਰਹਿਣਾ। ਜੇ ਉਹਦੇ ਭਾਗਾਂ 'ਚ ਲਿਖਿਆ ਹੋਏਗਾ ਉਹ ਮੰਨ ਜਾਏਗਾ, ਨਹੀਂ ਭਾਗਾਂ 'ਚ ਲਿਖਿਆ ਨਾ ਮੰਨੇਗਾ। ਜਾਂ ਤੁਸੀਂ 40 ਸਾਲ 'ਚ ਉਹਨੂੰ ਕਹਿਣਾ ਸ਼ੁਰੂ ਕੀਤਾ, ਉਹਦੇ ਭਾਗਾਂ 'ਚ ਲਿਖਿਆ 50 ਸਾਲਾਂ ਦੀ ਉਮਰ ਜਾ ਕੇ ਸਾਤਸੰਗ ਕਰੇਗਾ, ਉਹਨੇ 50ਵੇਂ ਸਾਲ ਹੀ ਜਾ ਕੇ ਸ਼ੁਰੂ ਕਰਨੀ ਹੈ। ਪਰ ਕਹਿੰਦੇ ਰਹਿਣਾ ਸਾਡਾ ਫਰਜ਼ ਬਣਦਾ। ਜੇ ਤੇ ਪਤਾ ਹੋਵੇ ਅਸੀਂ ਉਹਦੀ ਕਿਸਮਤ ਪੜ੍ਹ ਸਕੀਏ ਫਿਰ ਤਾਂ ਕਹਿਣ ਦੀ ਲੋੜ ਨਹੀਂ, ਮੱਥਾ ਮਾਰਨ ਦੀ ਲੋੜ ਹੀ ਨਹੀਂ ਵੀ ਇਹਨੇ ਤਾਂ ਭਜਨ ਬੰਦਗੀ ਕਰਨੀ ਹੀ ਨਹੀਂ, ਗੱਲ ਖਤਮ ਹੋ ਗਈ। ਸੋ ਤਾਂ ਕਹਿੰਦੇ ਜਪ ਜਪ ਹੋਏ ਸਗਲ ਸਾਧ ਜਨ, ਸਾਰੇ ਪਰਮਾਤਮਾ ਦਾ ਨਾਮ ਜਪ ਕੇ ਜੇ ਸਾਧੂ ਹੋ ਗਏ। ਏਕ ਨਾਮ ਧਿਆਏ, ਜਿਹੜਾ ਪਰਮਾਤਮਾ ਦਾ ਨਾਮ ਤੇ ਹੁੰਦਾ ਨਾ ਬਹੁਤ ਉਧਾਰੇ, ਉਹ ਤੇ ਬਹੁਤ ਦਾ ਭਲਾ ਕਰ ਦਿੰਦਾ ਹੈ। ਗਹਿਰ ਗੰਭੀਰ ਬੇਅੰਤ ਗੁਸਾਈ, ਅੰਤ ਨਹੀਂ ਕਿਛ ਪਾਰਾ ਵਾਰੇ। ਗਹਿਰ ਗੰਭੀਰ ਹੁੰਦਾ ਬਹੁਤ ਗੰਭੀਰ, ਆਪਣੇ ਦਾ ਚੁਲਬਲਾ ਸੁਭਾਅ ਹੋ ਸਕਦਾ ਹੈ। ਪਰਮਾਤਮਾ ਗਹਿਰ ਗੰਭੀਰ ਹੈ, ਬੇਅੰਤ ਹੈ। ਗੁਸਾਈ ਧਰਤੀ ਦਾ, ਸ੍ਰਿਸ਼ਟੀ ਦਾ ਮਾਲਕ ਹੈ। ਗੋ ਧਰਤੀ ਨੂੰ ਕਹਿੰਦੇ ਨੇ, ਸਾਈਂ ਮਾਲਕ ਨੂੰ ਕਹਿੰਦੇ। ਗੁਸਾਈ ਸ੍ਰਿਸ਼ਟੀ ਦਾ ਮਾਲਕ। ਅੰਤ ਨਹੀਂ ਕਿਛ ਪਾਰਾ ਵਾਰੇ, ਉਹਦਾ ਕੋਈ ਅੰਤ ਨਹੀਂ। ਪਾਰਾ ਵਾਰੇ ਉਰਲਾ ਬੰਨਾ ਅਤੇ ਪਰਲਾ ਬੰਨਾ। ਉਹਦਾ ਇਹ ਨਹੀਂ ਕਿ ਪਰਮਾਤਮਾ ਇੱਥੋਂ ਸ਼ੁਰੂ ਹੁੰਦਾ ਅਤੇ ਉੱਥੇ ਜਾ ਕੇ ਮੁੱਕਦਾ। ਨਾ ਉਹਦੇ ਉਰਲੇ ਬੰਨੇ ਦਾ ਪਤਾ, ਨਾ ਕਿਸੇ ਨੂੰ ਪਰਲੇ ਬੰਨੇ ਦਾ ਪਤਾ। ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ। ਗੁਰੂ ਮਹਾਰਾਜ ਕਹਿੰਦੇ ਨਾਨਕ ਤਾਂ ਹੈ ਪਰਮਾਤਮਾ ਤੇਰੀ ਕਿਰਪਾ ਨਾਲ ਤੇਰੇ ਗੁਣ ਗਾਉਂਦਾ ਹੈ। ਹਉਮੈ ਨਹੀਂ ਕਰਦੇ ਕਿ ਮੈਂ ਤੇਰੇ ਗੁਣ ਗਾਉਣਾ। ਉਹਨਾਂ ਨੂੰ ਪਤਾ ਉਹਦੀ ਕਿਰਪਾ ਤੋਂ ਬਿਨਾਂ ਅਸੀਂ ਗਾ ਹੀ ਨਹੀਂ ਸਕਦੇ। ਉਹਦੀ ਕਿਰਪਾ ਤੋਂ ਬਿਨਾਂ ਅਸੀਂ ਉਸਦੇ ਗੁਣ ਗਾ ਹੀ ਨਹੀਂ ਸਕਦੇ। ਪਹਿਲਾਂ ਪਰਮਾਤਮਾ ਸਾਡੇ 'ਤੇ ਕਿਰਪਾ ਕਰਦਾ, ਸਾਨੂੰ ਗੁਰੂ ਦੀ ਸੰਗਤ 'ਚ ਭੇਜਦਾ ਹੈ। ਗੁਰੂ ਦੀ ਡਿਊਟੀ ਹੁੰਦੀ ਕਿਸ ਤੋਂ ਨਾਮ ਜਪਾ ਜਪਾ ਕੇ ਇਹਨੂੰ ਵਾਪਸ ਪਰਮਾਤਮਾ ਕੋਲੇ ਭੇਜ। ਪਰਮਾਤਮਾ ਸਾਨੂੰ ਗੁਰੂ ਕੋਲੇ ਭੇਜਦਾ, ਗੁਰੂ ਫਿਰ ਸਾਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ। ਇਸ ਲਈ ਤੁਮਰੀ ਕਿਰਪਾ ਤੇ ਗੁਣ ਗਾਵੇ ਨਾਨਕ। ਹੇ ਪਰਮਾਤਮਾ ਮੈਂ ਤਾਂ ਤੇਰੀ ਕਿਰਪਾ ਨਾਲ ਤੇਰੇ ਗੁਣ ਗਾਉਂਦਾ ਹਾਂ। ਧਿਆਏ ਧਿਆਏ ਪ੍ਰਭ ਕੋ ਨਮਸਕਾਰੇ। ਨਾਨਕ ਤੈਨੂੰ ਧਿਆਉਂਦਾ ਹੈ, ਧਿਆਉਂਦਾ ਹੈ, ਤੈਨੂੰ ਨਮਸਕਾਰ ਕਰਦਾ ਹੈ, ਨਮਸਕਾਰ ਕਰਦਾ ਹੈ। ਸੋ ਇਸ ਲਈ ਭਾਈ ਜਿੰਨਾ ਕੁ ਸਮਾਂ ਮਿਲੇ ਭਜਨ ਬੰਦਗੀ ਕਰਨੀ ਹੈ, ਸ਼ੁਭ ਕਰਮ ਕਰਨੇ ਨੇ, ਉਹ ਜ਼ਰੂਰੀ, ਨਹੀਂ ਤਾਂ ਭਜਨ ਬੰਦਗੀ ਨੂੰ ਫਲ ਨਹੀਂ ਲੱਗਦਾ ਹੈ। ਜੇ ਅਸੀਂ ਚਾਹੁੰਦੇ ਜਿੰਨੀ ਭਜਨ ਬੰਦਗੀ ਕੀਤੀ ਹੈ ਇਹ ਸਾਰੀ ਸਾਡੇ ਖਜ਼ਾਨੇ 'ਚ ਜਮ੍ਹਾਂ ਹੋ ਜਾਏ, ਉਹ ਤਾਂ ਹੋਏਗੀ ਜੇ ਸਾਡਾ ਜੀਵਨ ਸਹੀ ਹੋਵੇ। ਨਹੀਂ ਤਾਂ ਇਤਿਹਾਸ ਵਿੱਚ ਆਉਂਦਾ ਹੈ ਸਭ ਤੋਂ ਵੱਡਾ ਜਿਹੜਾ ਨੁਕਸਾਨ ਧਾਰਮਿਕ ਬੰਦੇ ਜਿਹੜੀ ਚੀਜ਼ ਕਰਦੀ ਹੈ, ਸਭ ਤੋਂ ਵੱਧ ਨੁਕਸਾਨ ਕਰਦੀ ਹੈ ਬਗਾਨੀ ਔਰਤ ਨਾਲ ਸਰੀਰਕ ਸੰਬੰਧ ਕਾਇਮ ਕਰਨਾ। ਮੰਨ ਲਓ ਤੁਸੀਂ ਕੁਝ ਸਮੇਂ ਬਾਅਦ ਰੱਬ ਨੂੰ ਮਿਲ ਪੈਣਾ ਸੀ, ਬਿਲਕੁਲ ਕਿਨਾਰੇ 'ਤੇ ਪਹੁੰਚੇ ਸੀ ਰੱਬ ਨੂੰ ਮਿਲਣ ਦੇ,
ਕਿਸੇ ਬਗਾਨੀ ਜਨਾਨੀ ਨਾਲ ਤੁਸੀਂ ਸਰੀਰਕ ਸੰਬੰਧ ਕਾਇਮ ਕਰ ਲਏ, ਇੱਕਦਮ ਥੱਲੇ ਆ ਡਿੱਗੋਗੇ। ਸਾਰੀ ਕੀਤੀ ਕਰਾਈ ਖੇਚ ਹੋ ਜਾਏਗੀ, ਮੁੜ ਕੇ ਹੇਠੋਂ ਸ਼ੁਰੂ ਕਰਨਾ ਪਵੇਗਾ। ਉਹ ਫਿਰ ਬੜਾ ਲੰਮਾ ਹੁੰਦਾ, ਪਤਾ ਨਹੀਂ ਫਿਰ ਇਸ ਜਨਮ 'ਚ ਮਿਲੇ ਨਾ ਮਿਲੇ। ਇਸ ਲਈ ਜਿਹੜਾ ਚਾਹੁੰਦਾ ਹੈ ਕਿ ਮੇਰੀ ਭਜਨ ਬੰਦਗੀ ਨੂੰ ਫਲ ਲੱਗੇ, ਉਹਨੇ ਫਿਰ 3 ਚੀਜ਼ਾਂ ਦਾ ਖਿਆਲ ਰੱਖਣਾ। ਇੱਕ ਤਾਂ ਕਿਰਤ 10 ਨੌਂ ਦੀ ਕਰਨੀ, ਦੂਸਰਾ ਉਹਨੇ ਕੋਈ ਨਸ਼ਾ ਨਹੀਂ ਕਰਨਾ, ਤੀਸਰਾ ਬਗਾਨੀ ਔਰਤ ਨਾਲ ਕੋਈ ਸਰੀਰਕ ਸੰਬੰਧ ਕਾਇਮ ਨਹੀਂ ਕਰਨਾ। ਇਹ 3 ਗੱਲਾਂ ਦਾ ਖਾਸ ਖਿਆਲ ਰੱਖਣਾ ਹੈ ਜਿਸ ਨੇ ਇਸ ਪਾਸੇ ਨੂੰ ਆਉਣਾ ਹੈ, ਨਹੀਂ ਤਾਂ ਕਾਮਯਾਬੀ ਨਹੀਂ ਮਿਲੇਗੀ। ਸਾਰੀ ਜ਼ਿੰਦਗੀ ਲੰਘ ਜਾਏਗੀ, ਭਜਨ ਬੰਦਗੀ ਕਰਦਿਆਂ ਪ੍ਰਾਪਤੀ ਨਹੀਂ ਹੋਣੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਸਾਨੂੰ ਸੋਝੀ ਬਖਸ਼ਣ। ਸਤਿਕਾਰਯੋਗ ਸਾਹਿਬ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।